टाइम असीं मौजूद हाँ अमृतसर के इंडिया गेट ते जिथे कि बेजबाना वास्ते एक जगह बनाई गई है गऊशाला, क्योंकि जो बेसहारा हो जांदियां ने तो यही गऊशाला उन्होंने सहारा देंदे ने। क्योंकि कई अमृतसर गुरु नगर दे विच गऊशाला हैगियां ने पर उन्हां दे विच उन्हां दा दुध कढ के दुध वेचिया जांदा वा, पर जदों वो बेकार हो जांदियां ने उन्होंने सड़कों के बाहर कढ़िया जाता। इहदा इंसीडेंट के कई कारण भी बनते हैं, पर अमृतसर गुरु नगरी दे विच इंडिया गेट के लैफ्ट साइड से एक गऊशाला खुली आ जिथे बेसहारा नूं सहारा दिता जाता। जानते हाँ कि अंदर तकनीक की गई आ, इन्हां बेसहारा वास्ते की चीज़ां बनाई गई ने। जानते हैं इस गऊशाला के अंदर जाके की सुविधा की गई है, क्योंकि गऊशाला तो तुसीं बड़ियां देखियां होणगियां पर सफाई नहीं किते देखी होगी। आ देख सकते हो कि असीं जो अंदर एंटर होए हाँ सब तो पहला गार्ड बिठाया गया वा, कोई गलत इस्तेमाल ना करे, कोई गलत लोग ना अंदर आन, उहदे वास्ते एक गार्ड बिठाया गया वा। उस तो बाद एक लोकेशन तुसीं चैक करोगे जिद्दां असीं अपनियां आलीशान कोठियां दे विच रहिंदे आ उदां ही इन्हां गावां नूं रखिया गया वा। देख सकते हो कि वक्रे वक्रे कमरे बनाए गए हैं, डॉक्टर वास्ते वखे ने, जो इत्थों का मुखी आ उहदे वास्ते कमरा बनाया गया वा, वक्रे वक्रे शैड बनाए गए हैं। 4 तो उपर जिहड़े शैड गऊशाला के जिहड़े बनाए गए हैं। देख सकते हो तस्वीर दे विच मैडिकल की सुविधा भी दी गई आ, क्योंकि ये अक्सर एको ही गऊशाला अमृतसर दे विच जिथे कि बेसहारा गावां नूं जिहड़ा सहारा दिता जाता। देख सकते हो कि वक्रे वक्रे शैड बनाए गए हैं जिथे पट्ठे कुतरे जाते हैं, जिथे उन्हां दा गावां दा जिहड़ा भोजन कह सकते हैं उन्हां वास्ते वक्रे वक्रे वर्कर लगे हुए हैं, अपनी जिहड़ी ड्यूटी खूबी दे नाल जिहड़े निभा रहे हैं। 24 घंटे गऊशाला खुलती रहती आ, क्योंकि एको ही बार बार असीं इस करके कह रहे हैं कि कई जगह के उपर गऊआं नूं दुध लैण वास्ते। जी सर, सब तो पहले अपने बता दीजिए। मेरा नाम सुखअमृत है तो मैं कामधेनु गऊधाम अमृतसर ਦੇ ਵਿੱਚ ਇੱਕ ਸੇਵਾਦਾਰ ਹਾਂ, ਵੋਲੰਟੀਅਰ ਹਾਂ। जी सर, ये जिहड़ी गऊशाला किहड़े इलाके 'ਚ पैंदी है? ਇਹ ਗਊਸ਼ਾਲਾ ਬੇਸਿਕਲੀ ਨਾਰਾਇਣਗੜ੍ਹ ਦੇ ਵਿੱਚ ਪੈਂਦੀ ਹੈ। ਨਾਰਾਇਣਗੜ੍ਹ ਛਾਟੇ ਤੋਂ ਅੱਗੇ ਹੈ, ਸ਼ਹਿਰ ਅੰਮ੍ਰਿਤਸਰ ਹੈ ਤੇ ਇੰਡੀਆ ਗੇਟ ਇੱਥੇ ਬਹੁਤ ਫੇਮਸ ਚੌਂਕ ਵੀ ਹੈਗਾ ਤੇ ਇੰਡੀਆ ਗੇਟ ਦੇ ਨਾਲ ਹੀ ਵਾਰ ਮੈਮੋਰੀਅਲ ਬਣਿਆ ਹੋਇਆ ਜਿੱਥੇ ਤਲਵਾਰ ਹੈਗੀ ਹੈ। ਇਹ ਇੱਕ ਟੂਰਿਜ਼ਮ ਸਪੌਟ ਵੀ, ਹਿਸਟੋਰੀਕਲ ਪਲੇਸ ਵੀ ਹੈ ਤੇ ਉਸ ਗਲੀ ਦੇ ਵਿੱਚ 200 ਮੀਟਰ ਅੱਗੇ ਹੈ। ਜੇ ਤੁਸੀਂ ਹੋਰ ਇਹਦੇ ਬਾਰੇ ਤੁਸੀਂ ਚੈੱਕ ਕਰਨਾ ਚਾਹੋ ਤੇ ਵਾਗਾ ਬਾਰਡਰ ਦੇ ਸਾਡਾ ਪਿੰਡ ਵਾਲੇ ਰਸਤੇ 'ਚ ਵੀ ਇਹ ਪੈਂਦਾ ਤੇ ਕੋਈ ਵੀ ਵਾਗਾ ਬਾਰਡਰ ਜਾ ਰਿਹਾ ਉਹਨਾਂ ਵਾਸਤੇ 1 ਮਿੰਟ ਦਾ ਡੀਟੂਰ ਹੈ ਤੇ ਉਹ ਇਸ ਗਊਸ਼ਾਲਾ ਵਿੱਚ ਆ ਕੇ ਦੇਖ ਸਕਦਾ। सर सेवा बड़े प्रकार की होती है, तुहाडे वल्लों ਇਹ सेवा क्यों चुनी गई गऊ माता ਦੀ? ਬਿਕੋਜ਼ ਇਸ ਚੀਜ਼ ਦੀ ਲੋੜ ਸੀਗੀ। ਸ਼ਹਿਰ ਦੇ ਵਿੱਚ ਤੁਸੀਂ ਜਿੰਨੀ ਵੀ ਗਊਸ਼ਾਲਾ ਤੁਸੀਂ ਦੇਖੋਗੇ ਨਾ ਕਿਤੇ ਡੇਅਰੀ ਫਾਰਮ ਬਣ ਗਈ ਹੈ। ਸਾਰੀ ਗਊਸ਼ਾਲਾ ਦੇ ਵਿੱਚ ਗਾਵਾਂ ਉਹ ਰੱਖੀਆਂ ਜਾ ਰਹੀਆਂ, ਕਹਿ ਦਿੱਤਾ ਜਾਂਦਾ ਹੈ ਕਿ ਸੇਵਾ ਕੀਤੀ ਜਾ ਰਹੀ ਹੈ, ਬਟ ਉਹ ਗਾਂ ਤੋਂ ਦੁੱਧ ਵੀ ਲਿਆ ਜਾ ਰਿਹਾ, ਉਹ ਗਾਂ ਤੋਂ ਦੁੱਧ ਗਾਂ ਵੇਚਿਆ ਵੀ ਜਾ ਰਿਹਾ ਤੇ ਉਤੋਂ ਉਹ ਗਊਸ਼ਾਲਾ ਜਾਂ ਚਲਾਈ ਜਾ ਰਹੀ ਹੈ ਤੇ ਗਾਂ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਉਹੀ ਰੱਖੀ ਜਾਂਦੀ ਜਿਹੜੀ ਗਾਂ ਦੁੱਧ ਫਰਦਰ ਦੇ ਸਕਦੀ ਹੈ। ਤੇ ਸਾਨੂੰ ਉਸ ਚੀਜ਼ ਦੇ ਵਿੱਚ ਲੱਗਾ ਕਿ ਇੱਕ ਫੀਲਡ ਹੈ ਜਿਹਦੇ ਵਿੱਚ ਵਰਕ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਇੱਕ ਐਗਜ਼ਾਮਪਲ ਗਊਸ਼ਾਲਾ ਚਲਾ ਰਹੇ ਹਾਂ ਜਿੱਥੇ ਕੋਈ ਵੀ ਗਾਂ ਜਿਹੜੀ ਬਜ਼ੁਰਗ ਹੈ ਜਾਂ ਬਿਮਾਰ ਹੈ ਜਾਂ ਸੱਟਾਂ ਲੱਗੀਆਂ ਤੇ ਬੇਸਹਾਰਾ ਹੈ ਉਹਨੂੰ ਹੀ ਸਹਾਰਾ ਦਿੱਤਾ ਜਾਂਦਾ। ਜੇ ਕੋਈ ਫਿੱਟ ਗਾਂ ਹੈ, ਹੈਲਦੀ ਗਾਂ ਹੈ, ਤੰਦਰੁਸਤ ਗਾਂ ਹੈ, ਉਹਨੂੰ ਹੀ ਰੱਖਦੇ ਹੀ ਨਹੀਂ ਇੱਥੇ, ਜਿਹੜੀ ਕਿ ਕਿਤੇ ਵੀ ਹੋਰ ਚੀਜ਼ ਨਹੀਂ ਹੋ ਰਿਹਾ ਤੇ ਇਸ ਕਰਕੇ ਅਸੀਂ ਇਹਨੂੰ ਟੇਕਅਪ ਕੀਤਾ ਗਿਆ। ਦੂਜੀਆਂ ਗਊਸ਼ਾਲਾ ਵੀ ਅੰਮ੍ਰਿਤਸਰ ਦੇ ਵਿੱਚ ਹੈਗੀਆਂ ਨੇ, ਉਹਨਾਂ ਤੋਂ ਅਲੱਗ ਇਹਦੇ ਵਿੱਚ ਕੀ ਹੈਗਾ ਗਊਸ਼ਾਲਾ ਦੇ ਵਿੱਚ? 7-8 ਚੀਜ਼ਾਂ ਨੇ ਜੀ। ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਕਹਿਤੀ ਕਿ ਕੋਈ ਵੀ ਗਾਂ ਜਿਹੜੀ ਬਜ਼ੁਰਗ ਹੈ, ਬਿਮਾਰ ਹੈ ਜਾਂ ਬੇਸਹਾਰਾ ਜਾਂ ਸੱਟਾਂ ਲੱਗੀਆਂ ਆਪਾਂ ਉਹੀ ਰੱਖਦੇ ਹਾਂ। ਇਸ ਵੇਲੇ ਤੇ ਚਲੋ ਓਵਰ ਕਰਾਊਡਡ ਹੈ, ਕਪੈਸਿਟੀ ਇਹਦੀ 212 ਦੀ ਹੈ। ਇਸ ਵੇਲੇ ਹੀ 300 ਗਾਵਾਂ ਰੱਖੀਆਂ, ਸਰਕਾਰ ਨੇ ਵੀ ਸਾਨੂੰ ਕਾਫੀ ਇੱਥੇ ਭੇਜਤੀ ਸੀਗੀਆਂ, ਅਸੀਂ ਨਾ ਨਹੀਂ ਕਰ ਪਾਏ ਉਸ ਵੇਲੇ। ਤੇ ਜਿਹੜੀ ਵੀ ਗਾਂ ਹੈ ਇੱਥੇ ਉਹ ਜਾਂ ਬਜ਼ੁਰਗ ਹੈ ਜਾਂ ਬਿਮਾਰ ਹੈ ਜਾਂ ਸੱਟਾਂ ਲੱਗੀਆਂ, ਹੈਲਦੀ ਗਾਂ ਇੱਥੇ ਰੱਖੀ ਨਹੀਂ ਹੋਈ, ਸਭ ਤੋਂ ਪਹਿਲੀ ਚੀਜ਼। ਦੂਜੀ ਇਕਲੌਤੀ ਇਹੋ ਜਿਹੀ ਗਊਸ਼ਾਲਾ ਜਿੱਥੇ ਦੁੱਧ ਜਾਂ ਦੁੱਧ ਦਾ ਕੋਈ ਵੀ ਤਰ੍ਹਾਂ ਦਾ ਵਪਾਰ ਨਹੀਂ ਕੀਤਾ ਜਾਂਦਾ। ਕੋਈ ਵੀ ਗਾਂ ਤੋਂ ਇੱਥੇ ਮਤਲਬ ਗਾਂ ਜਿਹੜੀ ਰੱਖੀ ਹੈ ਪਹਿਲੀ ਗੱਲ ਤੇ ਦੁੱਧ ਦਿੰਦੀ ਨਹੀਂ। ਜਿਹੜੀ 300 ਚੋਂ 3 ਜਾਂ 4 ਗਾਵਾਂ ਨੇ ਜਿਹੜੀ ਕਿ ਪ੍ਰੈਗਨੈਂਟ ਆਈ ਸੀਗੀਆਂ, ਇੱਥੇ ਉਹਨਾਂ ਨੇ ਬੇਬੀ ਡਿਲੀਵਰ ਕੀਤਾ, ਕਾਫ ਡਿਲੀਵਰ ਕੀਤਾ ਤੇ ਹਜੇ ਵੀ ਉਹ ਦੁੱਧ ਦੇ ਰਹੀਆਂ। ਉਹ ਜਿਹੜਾ ਦੁੱਧ ਹੈ ਗਾਂ ਉਹਨਾਂ ਦੇ ਬੱਚਿਆਂ ਨੂੰ ਪਿਲਾਇਆ ਜਾਂਦਾ, ਨਹੀਂ ਤਾਂ ਜੇ ਕੋਈ ਬਚ ਜਾਂਦਾ 1.5 ਕਿਲੋ ਉਹ ਇੱਥੇ ਜਿਹੜੇ ਸੇਵਾਦਾਰ ਨੇ ਉਹ ਆਪਣੇ ਚਾਹ ਵਾਸਤੇ ਜਾਂ ਕੌਫੀ ਵਾਸਤੇ ਇਸਤੇਮਾਲ ਕਰਦੇ। ਇੱਥੇ ਕੋਈ ਦੁੱਧ ਸੇਲ ਨਹੀਂ ਕੀਤਾ ਜਾਂਦਾ। ਤੁਸੀਂ ਇੱਕ ਬਾਕੀ ਗਊਸ਼ਾਲਾ ਦੇ ਵਿੱਚ ਜਾਓਗੇ ਉੱਥੇ ਤਾਂ ਉਹਨਾਂ ਨੇ ਮਸ਼ੀਨਰੀ ਲਾ ਲਈ ਹੈ, ਉਹ ਵਰਜਨ ਮਿਲਕ ਕਹਿ ਕੇ ਵੀ ਸੇਲ ਕਰ ਰਹੇ। ਸ਼ਹਿਰ ਦਾ ਸਭ ਤੋਂ ਮਹਿੰਗਾ ਜੇ ਕੋਈ ਦੁੱਧ ਹੈ ਤੇ ਗਊਸ਼ਾਲਾ ਦੇ ਵਿੱਚ ਵਿਕ ਰਿਹਾ, ਕੋਈ ਵੇਰਕਾ ਨਹੀਂ ਵੇਚ ਰਹੀ ਹੈ। ਜੇ ਵੇਰਕਾ 60 ਰੁਪਏ ਲੀਟਰ ਵੇਚਦੀ ਹੈ ਤੇ ਉਹ 80 ਰੁਪਏ ਲੀਟਰ ਵੇਚ ਰਿਹਾ, ਮਤਲਬ ਇੰਨਾ ਜ਼ਿਆਦਾ ਫਰਕ ਹੈ। ਇੱਕ ਗਾਂ ਤੁਸੀਂ ਪਹਿਲਾਂ ਦੇਖੋ ਕਿ ਸੜਕ ਦੇ ਵਿੱਚ ਆਂਦੀ ਕਿਉਂ ਹੈ ਤੇ ਕਿਸ ਤਰ੍ਹਾਂ ਆਂਦੀ ਹੈ। ਕੋਈ ਵੀ ਗਾਂ ਹੈ ਉਹ ਡੇਅਰੀ ਫਾਰਮ ਦੇ ਵਿੱਚ ਪੈਦਾ ਹੁੰਦੀ ਹੈ। ਜਦੋਂ ਉਹ ਗਾਂ ਜੇ ਤੇ ਮੇਲ ਹੈ ਉਹਨੂੰ ਬਾਹਰ ਕੱਢਤਾ ਜਾਂਦਾ ਜਾਂ ਵੜਤਾ ਜਾਂਦਾ, ਚਲੋ ਜੋ ਵੀ ਗੱਲਾਂ ਨੇ। ਫੀਮੇਲ ਗਾਂ ਹੈ ਉਹ 1.5 ਤੋਂ 2 ਸਾਲ ਦੀ ਉਮਰ 'ਚ, ਇਨਸਾਨ ਦੀ ਉਮਰ ਤੁਸੀਂ ਦੇਖੋ ਤਕਰੀਬਨ 13 ਸਾਲ ਦੀ ਉਮਰ ਹੈ,
1.5 ਤੋਂ 2 ਸਾਲ ਦੀ ਉਮਰ ਦੇ ਵਿੱਚ ਉਹਨੂੰ ਆਰਟੀਫਿਸ਼ੀਅਲੀ ਇਨਸੈਮੀਨੇਟ ਕੀਤਾ ਜਾਂਦਾ ਮੈਨੂੰ ਪੁੱਛੋ ਮੈਂ ਕਹਾਂਗਾ ਰੇਪ ਕੀਤਾ ਜਾਂਦਾ ਉਹਦੀ ਮਰਜ਼ੀ ਤੋਂ ਬਗੈਰ ਉਹਦੇ ਵਿੱਚ ਸੀਮਨ ਪਾਤਾ ਉਹਨੂੰ ਪ੍ਰੈਗਨੈਂਟ ਕਰਤਾ ਤੇ ਉਹਨੂੰ ਇੱਕ ਲਾਈਫ ਸਾਈਕਲ ਦੇ ਵਿੱਚ ਪਾਤਾ ਜਿੱਥੇ ਉਹ ਗਾਂ ਤਕਰੀਬਨ 8 ਸਾਲ ਆਪਣੀ ਜ਼ਿੰਦਗੀ ਦੇ ਸਿਰਫ ਬੱਚਾ ਪੈਦਾ ਕਰਦੀ ਹੈ ਦੁੱਧ ਦਿੰਦੀ ਹੈ ਤੇ ਇੱਕ ਕਮਰੇ ਦੇ ਵਿੱਚ ਉਹ ਗਾਂ ਬੰਦ ਹੈ 8 ਸਾਲ ਤੋਂ ਬਾਅਦ ਜਦੋਂ ਉਹ ਗਾਂ ਬਜ਼ੁਰਗ ਹੋ ਜਾਂਦੀ ਜਾਂ ਉਹ ਬੱਚਾ ਪੈਦਾ ਨਹੀਂ ਕਰ ਪਾਉਂਦੀ ਜਾਂ ਉਹਦਾ ਦੁੱਧ ਘੱਟ ਹੈ ਕਿ ਉਹ ਖਰਚਾ ਵੀ ਪੂਰਾ ਨਹੀਂ ਕਰ ਰਹੀ ਤੇ ਡੇਅਰੀ ਫਾਰਮਰ ਗਾਂ ਨੂੰ ਬਾਹਰ ਸੁੱਟ ਦਿੰਦਾ ਜਦੋਂ ਸੜਕਾਂ 'ਚ ਆ ਜਾਂਦੀ ਹੈ ਤੇ ਇੱਕ ਗਾਂ ਜਿਹੜੀ ਨੇ ਆਪਣੀ ਜ਼ਿੰਦਗੀ ਕਮਰੇ 'ਚ ਕੱਢੀ ਹੈ ਉਹਨੂੰ ਪਤਾ ਹੀ ਨਹੀਂ ਖਾਣਾ ਕਿੱਧਰੋਂ ਮਿਲਣਾ ਉਹ ਫਿਰ ਜਿੱਥੇ ਕੂੜਾ ਹੁੰਦਾ ਹੈ ਉੱਥੇ ਜਾ ਕੇ ਉਹ ਖਾਣਾ ਸ਼ੁਰੂ ਕਰਦੀ ਹੈ ਉੱਥੇ ਉਹ ਬਿਮਾਰ ਪੈਂਦੀ ਹੈ ਸਟਮਕ ਦੇ ਵਿੱਚ ਢਿੱਡ ਦੇ ਵਿੱਚ ਉਹਦੇ ਪਲਾਸਟਿਕ ਜੰਮ ਜਾਂਦਾ ਉਹਨੂੰ ਪਤਾ ਹੀ ਨਹੀਂ ਉਹ ਪਚਦਾ ਨਹੀਂ ਹੈਗਾ ਉੱਤੋਂ ਉਹ ਪਲਾਸਟਿਕ ਵੀ ਇਕੱਠਾ ਹੋਈ ਜਾਂਦਾ ਬਿਮਾਰ ਵੀ ਪੈ ਜਾਂਦੀ ਉਹ ਬਹਿ ਜਾਂਦੀ ਹੈ ਤੇ ਕੋਈ ਵੀ ਗਾਂ ਜਿਹੜੀ ਪੈਦਾ ਹੋਈ ਇੰਡੀਆ ਦੇ ਵਿੱਚ ਉਹ ਨੈਚੁਰਲ ਡੈਥ ਨਹੀਂ ਮਰਦੀ ਜਾਂ ਉਹ ਪਲਾਸਟਿਕ ਖਾ ਕੇ ਮਰ ਜਾਂਦੀ ਜਾਂ ਕਿਸੇ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ 25 ਗਾਵਾਂ ਪਿੱਛੇ 12 ਗਾਵਾਂ ਪਿੱਛੇ ਇੱਕ ਐਕਸੀਡੈਂਟ ਇਹੋ ਜਿਹਾ ਹੁੰਦਾ ਜਿਹਦੇ ਗਾਂ ਦੀ ਜਾਨ ਤੇ ਜਾਂਦੀ ਹੈ ਇਨਸਾਨ ਦੀ ਵੀ ਜਾਨ ਲੈ ਜਾਂਦੀ ਹੈ ਉਹ ਤੇ ਇਹੋ ਜਿਹੀ ਮਤਲਬ ਚੀਜ਼ ਨੂੰ ਅਸੀਂ ਬ੍ਰੇਕ ਕਰਨਾ ਚਾਹੁੰਦੇ ਹੈਗੇ ਤਾਂ ਇਹ ਗਊਸ਼ਾਲਾ ਜਿਹੜੀ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੇ ਬਣਾਈ ਹੈ ਇੰਫਰਾਸਟ੍ਰਕਚਰ ਵੀ ਉਹਨਾਂ ਨੇ ਬਣਾ ਕੇ ਸਾਨੂੰ ਦਿੱਤਾ ਹੈ ਬਟ ਇਹ ਕਾਮਧੇਨੂ ਨੂੰ ਗਊਧਮ ਟਰਸਟ ਵੱਲੋਂ ਚਲਾਇਆ ਜਾ ਰਿਹਾ ਇੱਥੇ ਸਿਰਫ ਗਾਂ ਉਹ ਆਂਦੀ ਜਿਹੜੀ ਰੈਸਕਿਊ ਕੀਤੀ ਗਈ ਹੈ ਇੱਥੇ ਗਾਂ ਦੀ ਆਪਾਂ ਕੋਈ ਪ੍ਰੋਡਕਸ਼ਨ ਨਹੀਂ ਕਰਦੇ ਇਨਫੈਕਟ ਤੁਸੀਂ ਦੇਖੋਗੇ ਇਕਲੌਤੀ ਗਊਸ਼ਾਲਾ ਜਿੱਥੇ ਗਾਵਾਂ ਖੁੱਲੀਆਂ ਨਹੀਂ ਛੱਡੀਆਂ ਹੋਈਆਂ ਲੇਕਿਨ ਬੰਨੀਆਂ ਵੀ ਨਹੀਂ ਹੋਈਆਂ ਅਸੀਂ ਵਾੜੇ ਦੇ ਵਿੱਚ ਰੱਖੀਆਂ ਕਿਸੇ ਗਾਂ ਨੂੰ ਹੀ ਬੰਨਿਆ ਨਹੀਂ ਹੋਇਆ ਜਿਹੜੇ ਮੇਲ ਕਾਊਜ਼ ਨੇ ਵੱਖਰੇ ਰੱਖੇ ਆ ਫੀਮੇਲ ਕਾਊਜ਼ ਵੱਖਰੇ ਰੱਖੇ ਆ ਤਾਂ ਕਿ ਇਹਨਾਂ ਦੀ ਫਰਦਰ ਪ੍ਰੋਡਕਸ਼ਨ ਵੀ ਨਾ ਹੋਵੇ ਜੇ ਕੋਈ ਗਾਂ ਮਰਦੀ ਹੈ ਜਿਹਦੇ ਕਰਕੇ ਕੋਈ ਜ਼ਮੀਨ ਇੱਥੇ ਥਾਂ ਬਣਦੀ ਹੈ ਹੋਰ ਗਾਂ ਰੱਖਣ ਦੀ ਤੇ ਉਹ ਬਾਹਰੋਂ ਆਵੇ ਕਿਸੇ ਵੀ ਗਊਸ਼ਾਲਾ 'ਚ ਇਹ ਨਹੀਂ ਹੁੰਦਾ ਉਹ ਆਪਣੀ ਪ੍ਰੋਡਕਸ਼ਨ ਉਹਨਾਂ ਨੇ ਇੰਨੀ ਕੀਤੀ ਹੋਈ ਕਿ ਉਹ ਵਧੀ ਜਾ ਰਿਹਾ ਉਹਨਾਂ ਦਾ ਕੰਮ ਉਹ ਜਾਂਦੇ ਨਸਲ ਦੇ ਪਿੱਛੇ ਕਿ ਜੀ ਅਸੀਂ ਪਿਓਰ ਨਸਲ ਬਣਾ ਰਹੇ ਹਾਂ ਸਾਨੂੰ ਨਸਲ ਨਾਲ ਕੋਈ ਲੈਣ ਦੇਣ ਨਹੀਂ ਜੇ ਉਹ ਗਾਂ ਹੈ ਜੇ ਉਹ ਵਾਰ ਹੈ ਜੇ ਉਹਨੂੰ ਸੱਟਾਂ ਲੱਗੀਆਂ ਤੇ ਉਹ ਭਾਵੇਂ ਤੁਸੀਂ ਗਊ ਮਾਤਾ ਮੰਨੋ ਨਾ ਮੰਨੋ ਅਸੀਂ ਇੱਥੇ ਲੈ ਕੇ ਆਉਂਦੇ ਹਾਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਇਹ ਇਕਲੌਤੀ ਗਊਸ਼ਾਲਾ ਜਿਹੜੀ ਰਿਲੀਜੀਅਸ ਟਰਸਟ ਨਹੀਂ ਹੈਗੀ ਜਿਹੜੀ ਆਮ ਗਊਸ਼ਾਲਾ ਤੁਸੀਂ ਜਾਓਗੇ ਗਊ ਮਾਤਾ ਸਮਝ ਕੇ ਸੇਵਾ ਕਰਦੇ ਹਾਂ ਅਸੀਂ ਇਹਨਾਂ ਨੂੰ ਜਾਨਵਰ ਹੀ ਸਮਝ ਕੇ ਸੇਵਾ ਕਰ ਰਹੇ ਹਾਂ ਗਊ ਮਾਤਾ ਜਿਨ੍ਹਾਂ ਨੇ ਮੰਨਣਾ ਉਹ ਮੰਨ ਕੇ ਇੱਥੇ ਆ ਕੇ ਜ਼ਰੂਰ ਸੇਵਾ ਕਰਦੇ ਪੂਜਾ ਕਰਦੇ ਆ ਤੁਸੀਂ ਲੋਕ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੀ ਪੂਜਾ ਕਰਦੇ ਆ ਗਊ ਮਾਤਾ ਦੀ ਲੇਕਿਨ ਉਹੀ ਗਾਂ ਜਿਹਨੂੰ ਸੜਕ ਤੇ ਪਈ ਬੈਠੀ ਹੈ ਸੱਟਾਂ ਲੱਗੀਆਂ ਜਾਂ ਐਕਸੀਡੈਂਟ ਹੋਇਆ ਕੋਈ ਮਦਦ ਕਰਨ ਆ ਹੀ ਨਹੀਂ ਰਿਹਾ ਤੇ ਇਸ ਕਰਕੇ ਹੀ ਗਊਸ਼ਾਲਾ ਖੋਲੀ ਕਿ ਇੱਥੇ ਆਵੇ ਨੈਕਸਟ ਚੀਜ਼ ਤੁਸੀਂ ਦੇਖੋ ਦੁੱਧ ਦਾ ਵਪਾਰ ਇੱਥੇ ਨਹੀਂ ਕੀਤਾ ਜਾਂਦਾ ਇਹ ਇਕਲੌਤੀ ਗਊਸ਼ਾਲਾ ਹੈ ਜਿੱਥੇ ਮੈਡੀਕਲ ਖਰਚਾ ਬਹੁਤ ਹੈ ਉਹਦੇ ਕਰਕੇ ਹੀ ਇੱਥੇ ਇੱਕ ਪੈਰਾਵੇਟ ਰੱਖਿਆ ਹੋਇਆ ਹੈ ਤੁਹਾਨੂੰ ਕਿਸੇ ਵੀ ਗਊਸ਼ਾਲਾ ਦੇ ਵਿੱਚ ਅੱਧਾ ਡਾਕਟਰ ਨਹੀਂ ਮਿਲੇਗਾ ਇਹ ਸਾਡੇ ਕੋਲ ਸਰਟੀਫਾਈਡ ਹੈ ਅਸੀਂ ਕੋਈ ਉਹ ਕਹਿੰਦੇ ਨਾ ਜਾਲੀ ਕੰਮ ਕਰਨਾ ਚਾਹੁੰਦੇ ਨਾ ਆਪਾਂ ਕੋਈ ਚਲਾਊ ਕੰਮ ਕਰਨਾ ਚਾਹੁੰਦੇ ਜਿਹਨੂੰ ਤੁਸੀਂ ਜੁਗਾੜ ਕਹਿ ਦਿੰਦੇ ਹੋ ਅਸੀਂ ਕੋਈ ਜੁਗਾੜੂ ਕੰਮ ਨਹੀਂ ਕਰ ਰਹੇ ਸਾਡੇ ਵੱਲੋਂ ਕੁਆਲਿਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਸੀਂ ਡਾਕਟਰ ਵੀ ਇੱਥੇ ਰੱਖੇ ਹੋਏ ਆ ਜਿਹੜੇ ਕਿ 4 ਘੰਟੇ ਰੋਜ਼ ਦੇ ਆ ਕੇ ਇੱਥੇ ਧਿਆਨ ਰੱਖਦੇ ਆ ਸਭ ਤੋਂ ਇੰਪੋਰਟੈਂਟ ਚੀਜ਼ ਸਾਰੀ ਗਾਵਾਂ ਦੀ ਟੈਗਿੰਗ ਕੀਤੀ ਗਈ ਹੈ ਯੂਨੀਕ ਨੰਬਰ ਦਿੱਤਾ ਗਿਆ ਹੈ ਜਿਹੜੀ ਫੀਮੇਲ ਗਾਂ ਹੈ ਉਹਨੂੰ ਗ੍ਰੀਨ ਕਲਰ ਦਾ ਟੈਗ ਹੈ ਜਿਹੜੀ ਮੇਲ ਗਾਂ ਹੈ ਉਹਨੂੰ ਔਰੇਂਜ ਕਲਰ ਦਾ ਟੈਗ ਹੈ ਤੇ ਇਹ ਜਿਹੜਾ ਯੂਨੀਕ ਨੰਬਰ ਮਿਲ ਜਾਂਦਾ ਉਸ ਤੋਂ ਬਾਅਦ ਇਹ ਗਾਵਾਂ ਦੀ ਦੇਖਭਾਲ ਕਰਨੀ ਬਹੁਤ ਆਸਾਨ ਹੈ ਡਾਕਟਰ ਸਾਹਿਬ ਨੂੰ ਪਤਾ ਹੈ ਕਿ ਜਿਹੜੀ ਗਾਂ ਬਿਮਾਰ ਹੈ ਉਹਦਾ ਇਹ ਨੰਬਰ ਹੈ ਉਹਦਾ ਰੈਗੂਲਰ ਇਲਾਜ ਰੱਖਿਆ ਜਾ ਰਿਹਾ ਇੱਕ ਅਸੀਂ ਇੱਥੇ ਆਪਣੇ ਵੱਲੋਂ ICU ਵਾਲਾ ਵੀ ਬਣਾਇਆ ਜਿਹੜਾ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਉਹ ICU ਵਾੜੇ ਦੇ ਵਿੱਚ ਅਸੀਂ ਸਪੈਸ਼ਲ ਉਹ ਗਾਵਾਂ ਰੱਖਦੇ ਹਾਂ ਜਿਹਨੂੰ ਜ਼ਿਆਦਾ ਕੇਅਰ ਦੀ ਲੋੜ ਹੈ ਉੱਥੇ ਇੱਕ ਸੇਵਾਦਾਰ ਪੱਕਾ ਹੈਗਾ ਜਿਹੜਾ ਕਿ 24 ਘੰਟੇ ਉਹਨਾਂ ਦਾ ਧਿਆਨ ਦੇ ਰਿਹਾ ਖਾਣੇ ਦੀ ਥੋੜ੍ਹੀ ਜਿਹੀ ਡਾਈਟ ਵੀ ਉਹਨਾਂ ਨੂੰ ਵੱਖਰੀ ਦਿੱਤੀ ਜਾਂਦੀ ਹੈ ਕਿ ਤੰਦਰੁਸਤ ਛੇਤੀ ਹੋਣ ਸਾਰੀ ਗਾਵਾਂ ਦੇ ਸਟਮਕ ਦੇ ਵਿੱਚ ਪਲਾਸਟਿਕ ਹੈ ਕੋਈ ਵੀ ਗਾਂ ਇੱਥੇ ਨਸਲ ਦੇ ਆਧਾਰ ਤੇ ਨਹੀਂ ਰੱਖੀ ਗਈ ਕਈ ਗਊਸ਼ਾਲਾ ਤੁਸੀਂ ਜਾਓਗੇ ਕਿਉਂਕਿ ਉਹਨਾਂ ਵਾਸਤੇ ਗਾਵਾਂ ਦੇ ਵਿੱਚ ਵੀ ਪਰਟੀਕੂਲਰ ਨਸਲ ਹੈ ਜਿਹਨੂੰ ਗਊ ਮਾਤਾ ਮੰਨਦੇ ਤਾਂ ਰੱਖਦੇ ਜਿਸ ਤਰ੍ਹਾਂ ਅਸੀਂ ਉਹਨੂੰ ਸ਼ਾਹੀਵਾਲ ਕਹਿ ਦਿੰਦੇ ਹਾਂ ਦੇਸੀ ਗਾਂ ਵਲੈਤੀ ਗਾਵਾਂ ਨੂੰ ਗਾਂ ਹੀ ਨਹੀਂ ਮੰਨਦੇ ਸਾਡੇ ਇੱਥੇ ਹਰ ਪ੍ਰਕਾਰ ਦੀ ਗਾਵਾਂ ਹੈਗੀਆਂ ਮੈਡੀਕਲ ਟਰੀਟਮੈਂਟ ਫ੍ਰੀ ਹੈ ਜੇ ਕੋਈ ਬਾਹਰੋਂ ਵੀ ਆਪਣੀ ਗਾਂ ਲੈ ਕੇ ਆਇਆ ਕਿਉਂਕਿ ਇਹ ਰੱਖ ਨਹੀਂ ਸਕਦੇ ਉਹਨੂੰ ਕੋਈ ਇਲਾਜ ਦੀ ਲੋੜ ਹੈ ਅਸੀਂ ਕਰਕੇ ਦੇਵਾਂਗੇ ਜੇ ਉਹਨੂੰ ਕੋਈ ਉਹ ਮੈਡੀਸਨ ਦੀ ਲੋੜ ਹੈ ਅਸੀਂ ਦੇਵਾਂਗੇ ਅਸੀਂ ਕੋਈ ਪੈਸੇ ਨਹੀਂ ਲੈਂਦੇ ਸਾਡੇ ਕੋਲ ਬਾਕੀ ਗਊਸ਼ਾਲਾਸ ਤੋਂ ਵੀ ਗਾਵਾਂ ਇੱਥੇ ਆਉਂਦੀਆਂ ਟਰੀਟਮੈਂਟ ਤੋਂ ਬਾਅਦ ਵਾਪਸ ਚੱਲ ਜਾਂਦੀਆਂ ਸਰ ਹੁਣ ਕਿੰਨੀਆਂ ਗਾਵਾਂ ਇਸ ਵੇਲੇ ਇੱਥੇ 300 ਗਾਵਾਂ ਨੇ ਕਪੈਸਿਟੀ 212 ਦੀ ਹੈ ਤੇ ਜੇ ਤੁਸੀਂ ਮੈਨੂੰ ਪੁੱਛੋ ਤੇ ਇਹ ਤਕਰੀਬਨ 88 ਗਾਵਾਂ ਹੀ ਵੱਧ ਰੱਖੀਆਂ ਹੋਈਆਂ ਸ਼ੈੱਡ ਕਿੰਨੇ ਬਣਾਏ ਗਏ ਸ਼ੈੱਡ ਕਿੰਨੇ ਬਣਾਏ ਗਏ ਜੇ ਤੇ ਦੇਖੋ ਤੁਸੀਂ ਇਹ ਸਾਹਮਣੇ ਤੁਸੀਂ ਦੇਖੋਗੇ ਇੱਕ ਸ਼ੈੱਡ ਇਹ ਹੈ ਦੂਜਾ ਬਾਅਦ ਚੋਂ ਬਣਵਾਇਆ ਗਿਆ ਪਹਿਲੇ ਇਹਦੀ ਕਪੈਸਿਟੀ 153 ਗਾਵਾਂ ਦੀ ਸੀਗੀ ਜਦੋਂ ਦੂਜਾ ਐਡ ਕੀਤਾ ਗਿਆ ਤੇ 212 ਦੀ ਉਦੋਂ ਹੋਈ ਹੈ ਤੇ ਇੱਕ ਸ਼ੈੱਡ ਸਾਹਮਣੇ ਹੈ ਸਭ ਤੋਂ ਪਹਿਲਾਂ ਅੱਗੇ ਬਣਿਆ ਹੋਇਆ ਉਹਦੀ ਵੀ ਕਪੈਸਿਟੀ ਮਤਲਬ ਇਹਦੇ ਨਾਲ ਮੈਂ ਮਿਲਾ ਕੇ ਤੁਹਾਨੂੰ ਕਹਿ ਰਿਹਾ 212 ਦੀ ਟੋਟਲ ਹੁੰਦੀ ਹੈ ਸਰ ਅਸੀਂ ਬਹੁਤ ਖਬਰਾਂ ਕੀਤੀਆਂ ਗਊਸ਼ਾਲਾ ਦੇ ਵਿੱਚ ਜਾ ਕੇ ਪਰ ਇੱਥੇ ਇੱਕ ਅਲੱਗ ਚੀਜ਼ ਸਾਨੂੰ ਸਾਹਮਣੇ ਆਈ ਹੈ CCTV ਕੈਮਰਾ ਉਹ ਕਿਉਂ ਲਗਾਏ ਗਏ ਦੇਖੋ CCTV ਕੈਮਰਾ ਦੀ ਦੋ ਚੀਜ਼ਾਂ ਨੇ ਇੱਕ ਤੇ ਰਾਤ ਨੂੰ ਅਸੀਂ ਅਵੇਲੇਬਲ ਨਹੀਂ ਹੁੰਦੇ ਭਾਵੇਂ ਸੇਵਾਦਾਰ ਜ਼ਰੂਰ ਹੁੰਦੇ ਜੇ ਕੱਲ ਨੂੰ ਕੋਈ ਮਿਸਹੈਪ ਹੁੰਦੀ CCTV ਕੈਮਰਾ ਦੇ ਵਿੱਚ ਨਿਕਲ ਜਾਂਦੇ ਆ ਇੱਕ ਸਾਡਾ ਟੀਚਾ ਇਹ ਵੀ ਹੈ ਜਦੋਂ ਇੱਧਰ ਦੀ ਕੰਸਟਰਕਸ਼ਨ ਪੂਰੀ ਹੋ ਜਾਏਗੀ ਕਿਉਂਕਿ ਕੁਝ ਸਿਵਲ ਵਰਕ ਹਜੇ ਵੀ ਪੈਂਡਿੰਗ ਹੈ ਕਾਰਪੋਰੇਸ਼ਨ ਵੱਲੋਂ ਜਦੋਂ ਪੂਰਾ ਹੋ ਜਾਏਗਾ ਅਸੀਂ ਚਾਹੁੰਦੇ ਹਾਂ ਕਿ CCTV ਕੈਮਰੇ ਦੀ ਲਾਈਵ ਫੁਟੇਜ ਜਿਹੜੀ ਹੈ
ਉਹ ਵੈਬਸਾਈਟ ਤੇ ਦਿੱਤੀ ਜਾਵੇ। ਹੂੰ ਜੇ ਕਿਸੇ ਨੇ ਸਾਨੂੰ ਡੋਨੇਟ ਕੀਤਾ ਹੈ, ਜੇ ਨਹੀਂ ਕੀਤਾ, ਉਹਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਗਊਸ਼ਾਲਾ ਅਸਲ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੇ ਅਸੀਂ ਉਹ ਦਿਖਾਉਣਾ ਚਾਹੁੰਦੇ ਹਾਂ ਕਿ ਵੈਬਸਾਈਟ ਦੇ ਵਿੱਚ ਗਊਸ਼ਾਲਾ ਇਸ ਤਰ੍ਹਾਂ ਚੱਲਦੀ ਹੈ। ਇੱਕ ਆਮ ਜਿਹੜੀ ਗਊਸ਼ਾਲਾ ਹੈ, ਜਿਹੜੀ ਕਿ ਅੱਜ ਕੱਲ੍ਹ ਡੇਅਰੀ ਫਾਰਮ ਬਣ ਗਈ ਹੈ, ਉਹ ਅਸਲ ਦੇ ਵਿੱਚ ਜੇ ਤੁਸੀਂ ਪੁਰਾਣੇ ਜ਼ਮਾਨੇ 'ਚ ਵੀ ਦੇਖੋਗੇ ਤੇ ਉਹ ਗਊਸ਼ਾਲਾ ਬਣੀ ਉਹ ਗਾਵਾਂ ਦੇ ਵਾਸਤੇ ਸੀਗੀ, ਜਿਹੜੀ ਬੇਸਹਾਰਾ ਨੇ ਜਾਂ ਬਜ਼ੁਰਗ ਹੋ ਗਈਆਂ। ਜਿਸ ਤਰ੍ਹਾਂ ਅਸੀਂ ਕੋਈ 올ਡ ਏਜ ਹੋਮ ਖੋਲ੍ਹਦੇ ਹਾਂ ਬਜ਼ੁਰਗਾਂ ਵਾਸਤੇ, ਜਿਨ੍ਹਾਂ ਦਾ ਕੋਈ ਧਿਆਨ ਨਹੀਂ ਰੱਖ ਰਿਹਾ, ਉਸ ਤਰ੍ਹਾਂ ਹੀ ਗਾਵਾਂ ਵਾਸਤੇ ਗਊਸ਼ਾਲਾ ਬਣੀ ਸੀਗੀ, ਜਿਹੜੀ ਕਿ ਹੁਣ ਚਲੋ ਗਲਤ ਹੋ ਗਿਆ, ਬਟ ਅਸੀਂ ਇਹਨੂੰ ਬੈਕ ਔਨ ਟਰੈਕ ਲੈ ਕੇ ਆ ਰਹੇ ਹਾਂ। ਸਰ ਜਿੱਦਾਂ ਗਰਮੀ ਆ ਰਹੀ, ਗਰਮੀ ਨੂੰ ਲੈ ਕੇ ਕੀ ਸੁਵਿਧਾ ਕੀਤੀ ਗਈ ਹੈ? ਦੇਖੋ, ਗਰਮੀ ਦੇ ਵਿੱਚ ਤਿੰਨ ਚੀਜ਼ਾਂ ਅਸੀਂ ਮੇਨ ਕਰਦੇ ਹਾਂ। ਇੱਕ ਤੇ ਗਾਵਾਂ ਦੇ ਉੱਤੇ ਪਾਣੀ ਅਸੀਂ ਰੈਗੂਲਰ ਪਾਉਂਦੇ ਹਾਂ। ਜੇ ਤੁਸੀਂ ਅੱਜ ਵੀ ਦੇਖੋਗੇ ਤੇ ਅਸੀਂ ਦਿਨ 'ਚ ਇੱਕ ਵਾਰੀ ਗਾਵਾਂ ਨੂੰ ਵੀ ਨਵਾਈਦਾ ਤੇ ਫਰਸ਼ 2 ਵਾਰੀ ਸਾਫ਼ ਕੀਤੀਦਾ। ਜਦੋਂ ਗਰਮੀ ਆਉਂਦੀ ਹੈ ਅਸੀਂ 2 ਵਾਰੀ ਨਵਾਈਦਾ। ਦੂਜੀ ਚੀਜ਼, ਪੱਖੇ ਜਿਹੜੇ ਨੇ ਹੁਣ ਘੱਟ ਨੇ, ਗਰਮੀਆਂ ਦੇ ਵਿੱਚ ਵਧਾਏ ਜਾਣਗੇ, ਕਈ ਸਾਨੂੰ ਡੋਨੇਟ ਕਰ ਦੇਣਗੇ, ਕਈ ਸਾਨੂੰ ਖਰੀਦਣੇ ਪੈਣਗੇ। ਪੱਖੇ ਦੇ ਨਾਲ ਸਰਕੂਲੇਸ਼ਨ ਚੰਗੀ ਬਣੀ ਰਹਿੰਦੀ ਹੈ। ਤੀਜੀ ਚੀਜ਼, ਇਹ ਜਿਹੜੇ ਵਾੜੇ ਨੇ ਨਾ, ਅਸੀਂ ਬਾਰਦਾਨੇ ਨਾਲ ਕਵਰ ਕਰ ਦਿੰਦੇ ਹਾਂ। ਬਾਰਦਾਨੇ ਦੇ ਨਾਲ ਕਵਰ ਕਰਨ ਤੋਂ ਬਾਅਦ ਉੱਤੇ ਜਦੋਂ ਪਾਣੀ ਪਾ ਦਿੰਦੇ ਹਾਂ ਤੇ ਠੰਡਕ ਬਣੀ ਰਹਿੰਦੀ ਹੈ, ਜਿਹੜੀ ਸਿੱਧੀ ਧੁੱਪ ਹੈ ਗਾਵਾਂ ਨੂੰ ਨਹੀਂ ਲੱਗਦੀ, ਤੇ ਉਹਦੇ ਕਰਕੇ ਟੈਂਪਰੇਚਰ ਵੀ ਇੱਥੇ ਮੇਨਟੇਨ ਕੀਤਾ ਜਾਂਦਾ। ਸਰ ਇੱਕ ਚੀਜ਼ ਹੋਰ ਹੈਗੀ ਆ ਕਿ ਜਿਹੜੇ ਪੱਠੇ ਡੇਲੀ ਦੇ ਕਿੰਨੇ ਲੱਗਦੇ ਆ? ਪੱਠੇ ਜੇ ਤੁਸੀਂ ਮੈਨੂੰ ਪੁੱਛੋ ਤੇ ਤਕਰੀਬਨ 70 ਤੋਂ 80 ਕੁਇੰਟਲ ਸਾਡੇ ਡੇਲੀ ਦੇ ਲੱਗਦੇ ਆ, ਤੇ ਇਹਦੇ ਨਾਲ ਪਰਾਲੀ ਹੈ ਜਿਹੜੀ ਅਸੀਂ ਤਕਰੀਬਨ 15 ਤੋਂ 20 ਕੁਇੰਟਲ ਜਿਹੜੀ ਰੋਜ਼ ਮਿਕਸ ਕਰਕੇ ਪਾ ਰਹੇ ਹਾਂ। ਇਹ ਵੀ ਤੁਸੀਂ ਦੇਖੋਗੇ ਕਾਫੀ ਗਊਸ਼ਾਲਾ ਦੇ ਵਿੱਚ ਤੇ ਉਹ ਇਕੱਲੇ ਪੱਠੇ ਹੀ ਪਾਈ ਜਾਂਦੇ। ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਇਕੱਲੇ ਪੱਠੇ, ਜੇ ਪੰਡਿਤ ਵੀ ਹੈਗਾ ਤੁਹਾਨੂੰ ਕਹੇਗਾ ਹਰਾ ਚਾਰਾ ਪਾਓ, ਹਰਾ ਚਾਰਾ ਪਾਓ। ਉਹ ਲੋਕਾਂ ਨੂੰ, ਉਹ ਪੰਡਿਤ ਦਾ ਉਪਾਅ ਕਰਨ ਤੇ ਆ ਜਾਂਦੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜੇ ਤੁਸੀਂ ਗਾਂ ਨੂੰ ਇਕੱਲਾ ਹਰਾ ਚਾਰਾ ਪਾਓਗੇ ਉਹਨੂੰ ਡਾਇਰੀਆ ਹੋ ਜਾਏਗਾ। ਉਹਨੂੰ ਸੁੱਕਾ ਚਾਰਾ ਜਾਂ ਡਰਾਈ ਮੈਟਰ, ਜਿਹਨੂੰ ਆਪਾਂ ਪਰਾਲੀ, ਜਾਂ ਹੁਣ ਸੀਜ਼ਨ ਆਏਗਾ ਤੂੜੀ ਦਾ, ਉਹ ਵੀ ਦੇਣਾ ਓਨਾ ਹੀ ਜ਼ਰੂਰੀ ਹੈ। ਨਮਕ ਵੀ ਗਾਂ ਨੂੰ, ਕਾਲਾ ਨਮਕ ਤੁਸੀਂ ਦੇਖੋਗੇ ਇੱਥੇ ਪਿਆ ਹੋਇਆ, ਉਹ ਵੀ ਗਾਂ ਨੂੰ ਦੇਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਨਮਕ ਸਾਨੂੰ ਲੋੜ ਹੈ। ਤੇ ਇਹ ਜਿਹੜੀ ਤੁਸੀਂ ਰਿਕੁਆਇਰਮੈਂਟ ਪੁੱਛੀ, ਮੈਂ ਤੁਹਾਨੂੰ ਉਹਦਾ ਜਵਾਬ ਦਿੱਤਾ ਜੀ। ਸਰ ਇੱਕ ਚੀਜ਼ ਹੋ ਰਹੀ ਹੈ, ਸ਼ਹਿਰ ਤੋਂ ਬਾਹਰ ਹੈਗੇ ਲੋਕ ਇੱਥੇ ਪਹੁੰਚਦੇ ਨਹੀਂ, ਕਿਉਂਕਿ ਜਿੰਨੀਆਂ ਤੁਸੀਂ 300 ਤੋਂ ਉੱਪਰ ਗਾਵਾਂ ਕਹਿ ਰਹੇ ਹੋ, ਖਰਚਾ ਨਿਕਲ ਜਾਂਦਾ ਸਰ? ਖਰਚਾ ਤੇ ਨਹੀਂ ਨਿਕਲਦਾ ਜੀ। ਦੇਖੋ 300 ਗਾਂ ਹੈ, ਇੱਕ ਗਾਂ ਦਾ ਇੱਕ ਦਿਨ ਦਾ ਖਰਚਾ ਸਿਰਫ 100 ਰੁਪਇਆ। ਬਾਕੀ ਲੋਕ ਤੁਹਾਨੂੰ ਪਤਾ ਨਹੀਂ ਕੀ ਕਹਿੰਦੇ ਹੋਣਗੇ, ਤੁਸੀਂ ਆਪ ਹੀ ਸੋਚੋ। ਤੁਸੀਂ ਇੱਕ ਇਨਸਾਨ ਦਾ ਹੀ ਖਰਚਾ ਹੀ 300 ਤੋਂ 400 ਰੁਪਏ ਇੱਕ ਦਿਨ ਦਾ ਗਿਣ ਲੈਂਦੇ ਆ, ਲੇਕਿਨ ਗਾਂ ਨੇ, ਉਹਨਾਂ ਤੇ ਬੇਸਿਕ ਪੱਠੇ ਤੇ ਤੂੜੀ ਖਾਣੀ ਨਾ ਜੀ। ਤੇ ਆਪਾਂ ਹੋਰ ਕੋਈ ਮਤਲਬ ਕੋਈ ਹਾਈਫਾਈ ਡਾਈਟ ਤੇ ਦੇ ਵੀ ਨਹੀਂ ਰਹੇ। ਜਿੰਨੇ ਵੀ ਸੇਵਾਦਾਰ ਨੇ, ਤਕਰੀਬਨ 2 ਤੋਂ 2.5 ਲੱਖ ਰੁਪਏ ਸਾਡਾ ਸੇਵਾਦਾਰ ਦਾ ਖਰਚਾ ਹੈ, ਕਿਉਂਕਿ ਸਾਡੇ ਕੋਲ ਇਸ ਵੇਲੇ 20 EMPLOYEES ਨੇ। ਉਸ ਤੋਂ ਬਾਅਦ ਇੱਥੇ ਜਿਹੜੀ ਜਗ੍ਹਾ ਹੈ ਉਹਦੀ ਮੇਨਟੇਨੈਂਸ ਅਪਕੀਪ ਹੈ, ਸਾਡੇ ਕੋਲ ਗਾਰਡਸ ਵੀ ਹੈਗੇ। ਤੇ ਟੋਟਲ ਸਾਡਾ ਜਿਹੜਾ ਖਰਚਾ ਹੈ 1 ਮਹੀਨੇ ਦਾ 9 ਲੱਖ ਰੁਪਏ। ਇੱਕ ਗਾਂ ਦੇ ਪਿੱਛੇ ਤੁਸੀਂ ਦੇਖੋ ਤੇ 1 ਮਹੀਨੇ ਦਾ ਖਰਚਾ 3000 ਹੈ, ਇੱਕ ਦਿਨ ਦਾ ਖਰਚਾ 100 ਰੁਪਏ ਹੈ। ਤੇ 9 ਲੱਖ ਰੁਪਏ ਸਾਨੂੰ ਮੈਨੇਜ ਕਰਨਾ ਪੈਂਦਾ। ਜੇ ਉਹ ਨਹੀਂ ਆਏ ਤਾਂ ਅਸੀਂ ਕੋਲੋਂ ਪਾ ਕੇ ਚਲਾ ਰਹੇ ਹਾਂ ਜੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲੀ ਚੀਜ਼, ਮੈਂ ਵੈਸੇ ਤੇ 5 ਤਰੀਕੇ ਨੇ ਜਿਸ ਤਰ੍ਹਾਂ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ। ਸਭ ਤੋਂ ਪਹਿਲੀ ਤੇ ਜੇ ਤੁਹਾਨੂੰ ਆ ਕੇ ਦੇਖੋ, ਤੁਹਾਨੂੰ ਪ੍ਰੋਜੈਕਟ ਚੰਗਾ ਲੱਗਦਾ, ਤੁਸੀਂ ਡੋਨੇਟ ਕਰ ਸਕਦੇ ਹੋ। ਜੇ ਤੁਸੀਂ ਅਮਾਊਂਟ ਦੇ ਵਿੱਚ ਡੋਨੇਸ਼ਨ ਦੇਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਾਰੇ ਸਰਟੀਫਿਕੇਟਸ ਨੇ। ਅਸੀਂ ਤੇ ਰਿਕੁਐਸਟ ਕਰਦੇ ਹਾਂ ਸਾਨੂੰ ਤੁਸੀਂ ਵਾਈਟ ਦੇ ਵਿੱਚ ਡੋਨੇਸ਼ਨ ਦਿਓ। ਸਾਡੇ ਕੋਲ ATG ਸਰਟੀਫਿਕੇਟ ਵੀ ਹੈ। ਤੁਸੀਂ ਜਿੰਨਾ ਸਾਨੂੰ ਡੋਨੇਸ਼ਨ ਦਿਓਗੇ ਉੱਤੇ ਸਰਕਾਰ ਵੱਲੋਂ ਵੀ ਤੁਹਾਨੂੰ 50% ਟੈਕਸ ਰਿਬੇਟ ਮਿਲਦੀ ਹੈ, ਜਿਹੜੀ ਕਿ ਬਾਕੀ ਗਊਸ਼ਾਲਾ ਦੇ ਵਿੱਚ ਅਵੇਲੇਬਲ ਹੈ। ਸਾਡੇ ਕੋਲ ਬਾਕੀ ਗਊਸ਼ਾਲਾ ਨਾਲੋਂ ਵੱਧ ਦੀ ਸਰਟੀਫਿਕੇਟਸ ਨਿਕਲੀਆਂ। ਅਸੀਂ ਨੀਤੀ ਆਯੋਗ ਦੇ ਵਿੱਚ ਵੀ ਰਜਿਸਟਰਡ ਹਾਂ, ਅਸੀਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਿੱਚ ਵੀ ਰਜਿਸਟਰਡ ਹਾਂ, ਅਸੀਂ ਦਰਪਨ ਪੋਰਟਲ ਦੇ ਵਿੱਚ ਵੀ ਰਜਿਸਟਰਡ ਹਾਂ, ਅਸੀਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਵਿੱਚ ਵੀ ਅਪਲਾਈ ਕੀਤਾ ਹੋਇਆ। ਤਕਰੀਬਨ 1-1.5 ਮਹੀਨੇ ਦੇ ਵਿੱਚ ਉਹਦਾ ਵੀ ਸਿਸਟਮ ਪੂਰਾ ਹੋ ਜਾਏਗਾ। ਇਹ ਪਹਿਲੀ ਚੀਜ਼ ਹੈ ਡੋਨੇਸ਼ਨ। ਡੋਨੇਸ਼ਨ 2 ਪ੍ਰਕਾਰ ਦੀ ਹੈ। ਇੱਕ ਤਾਂ ਜਿਹੜਾ ਤੁਹਾਨੂੰ ਅਸੀਂ ਕਹਿ ਦਿੱਤਾ ਕਿ ਜੇ ਤੁਸੀਂ ਸਾਨੂੰ ਅਮਾਊਂਟ ਦੇ ਵਿੱਚ ਡੋਨੇਸ਼ਨ ਕਰਦੇ ਹੋ। ਦੂਜਾ ਹੈ ਜਿਸ ਤਰ੍ਹਾਂ ਦਵਾਈਆਂ ਦੀ ਲੋੜ ਹੈ, ਪੱਠੇ ਦੀ ਲੋੜ ਹੈ, ਚਾਰੇ ਦੀ ਲੋੜ ਹੈ, ਪੱਖਿਆਂ ਦੀ ਲੋੜ ਹੈ, ਹੋਰ ਵੀ ਕਿਹੜੀ ਚੀਜ਼ਾਂ ਦੀ ਲੋੜ ਹੈ। ਤੁਸੀਂ ਸਾਨੂੰ ਪੈਸੇ ਨਹੀਂ ਦੇਣਾ ਚਾਹੁੰਦੇ, ਸਾਨੂੰ ਹੋਰ ਵੀ ਬੈਟਰ ਹੈ ਕਿ ਤੁਸੀਂ ਸਾਨੂੰ ਸਮਾਨ ਲੈ ਕੇ ਆ ਕੇ ਦੇ ਦਿਓ, ਕਿਉਂਕਿ ਅਸੀਂ ਆਪ ਵੀ ਜਾਵਾਂਗੇ, ਸਾਡਾ ਟਾਈਮ ਵੀ ਲੱਗਦਾ ਹੈ, ਸਾਡੇ ਪੈਸੇ ਵੀ ਲੱਗਦੇ। ਤੁਸੀਂ ਸਾਨੂੰ ਸਮਾਨ ਦੇ ਦਿਓ, ਅਸੀਂ ਉਹਦੀ ਵੀ ਡੋਨੇਸ਼ਨ ਇਨ ਕਾਈਂਡ ਦੀ ਰਿਸੀਟ ਕੱਟ ਕੇ ਦਿੰਦੇ ਹਾਂ। ਇਹ ਪਹਿਲੀ ਚੀਜ਼। ਦੂਜੀ ਚੀਜ਼ ਹੈ, ਸਾਡੇ ਡੋਨੇਸ਼ਨ ਬਾਕਸਿਸ ਲੱਗੇ ਆ। ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹਦੀ ਕੋਈ ਸ਼ਾਪ ਹੈ, ਸ਼ੋਰੂਮ ਹੈ, ਇੰਸਟੀਟਿਊਟ ਹੈ, ਜਿੱਥੇ ਆਵਾਜਾਵੀ ਹੈਗੀ ਹੈ, ਉੱਥੇ ਤੁਸੀਂ ਸਾਡਾ ਡੋਨੇਸ਼ਨ ਬਾਕਸ ਪਲੇਸ ਕਰਾਓ। ਜੇ ਉੱਧਰੋਂ ਮਹੀਨੇ ਦਾ 300, 400, 500 ਰੁਪਏ ਵੀ ਆਉਂਦਾ, ਸਾਡੇ ਵਾਸਤੇ ਬੜੀ ਵੱਡੀ ਹੈਲਪ ਹੈ। ਡੋਨੇਸ਼ਨ ਬਾਕਸਿਸ ਵਾਸਤੇ ਇੱਕ ਮੈਂ ਮੋਬਾਈਲ ਨੰਬਰ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, 9815251227 ਤੇ 9815251227। ਇੱਥੇ ਕੋਈ ਵੀ ਕਾਲ ਕਰੇ ਤੇ ਉਹ ਡੋਨੇਸ਼ਨ ਬਾਕਸ ਵਾਸਤੇ ਸਾਡੀ ਮਤਲਬ ਹੈਲਪ ਕਰ ਸਕਦਾ। ਕਿਤੇ ਜੇ ਤੁਹਾਡੀ ਸ਼ੋਰੂਮ ਹੈ ਉੱਥੇ ਲਵਾ ਲਓ, ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਉਹਦੇ ਨਾਲ ਸਾਡੀ ਗੱਲ ਕਰਕੇ ਹੈਲਪ ਕਰਾ ਕੇ ਤੁਸੀਂ ਕਰਾ ਦਿਓ। ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਸਪਰੈਡ ਅਵੇਅਰਨੈਸ। ਸਾਡੀ ਗਊਸ਼ਾਲਾ ਆ ਕੇ ਦੇਖੋ, ਤੁਹਾਨੂੰ ਚੰਗੀ ਲੱਗਦੀ, ਤੁਸੀਂ ਬਾਹਰਲੇ ਲੋਕਾਂ ਨੂੰ, ਲਾਈਕ ਮਾਈਂਡਡ ਲੋਕ ਜਿਹੜੇ ਤੁਹਾਨੂੰ ਲੱਗਦਾ ਸਾਡੀ ਹੈਲਪ ਕਰ ਸਕਦੇ, ਉਹਨਾਂ ਨੂੰ ਲੈ ਕੇ ਆਓ, ਉਹਨਾਂ ਨੂੰ ਸਾਡੇ ਨਾਲ ਮਿਲਾਓ, ਜਿਹੜੇ ਕਿ ਇਹਦੇ ਵਿੱਚ ਵਾਧਾ ਪੈ ਸਕਦਾ। ਤੀਜੀ ਚੀਜ਼ ਤੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤੇ ਸਭ ਤੋਂ ਮੇਨ ਚੀਜ਼ ਇਹ ਕੀਤੀ ਹੈ ਕਿ ਇੱਥੇ ਫਿਜ਼ੀਕਲ ਸੇਵਾ ਦੀ ਵੀ ਲੋੜ ਪੈਂਦੀ। ਡਾਕਟਰ ਹੈ, ਉਹਨਾਂ ਦੀ ਤੁਸੀਂ ਹੈਲਪ ਕਰ ਸਕਦੇ ਹੋ। ਜਿਹੜੇ ਸੇਵਾਦਾਰ ਨੇ, ਸਾਫ਼ ਸਫਾਈ ਦੇ ਵਿੱਚ, ਪੱਠੇ ਪਾਉਣ ਦੇ, ਤੂੜੀ ਪਾਉਣ ਦੇ, ਚਾਰਾ ਪਾਉਣ ਦੇ ਵਿੱਚ ਵੀ ਹੈਲਪ ਲੱਗ ਸਕਦੀ ਹੈ। ਮੇਨਟੇਨੈਂਸ ਦੀ ਵੀ ਸਾਫ਼ ਇਹਦੇ ਜਿਹੜੀ ਥਾਵਾਂ ਹੈਗੀਆਂ, ਗੋਇਆ ਹੋ ਗਿਆ, ਕੂੜਾ ਕਰਕਟ ਚੁੱਕਣ ਵਾਸਤੇ ਵੀ ਸਾਨੂੰ ਹੈਲਪ ਲੱਗਦੀ ਹੈ। ਜੇ ਤੁਸੀਂ ਸ਼੍ਰਮਦਾਨ ਕਰਨਾ ਚਾਹੁੰਦੇ ਹੋ
ਤੁਸੀਂ ਉਹ ਵੀ ਸਾਡੀ ਆ ਕੇ ਹੈਲਪ ਕਰ ਸਕਦੇ ਹੋ। ਸਾਡੇ ਨਾਲ ਕੋਈ 2-3 ਵੋਲੰਟੀਅਰਸ ਵੀ ਜੁੜੇ ਸਕੂਲ ਤੋਂ, ਜਿਹੜੇ ਕਿ ਇੰਟਰਨਸ਼ਿਪ ਕਰ ਰਹੇ, ਕਾਲਜ ਤੋਂ ਜਿਹੜੇ ਕਿ ਇੰਟਰਨਸ਼ਿਪ ਕਰ ਰਹੇ, ਤੇ ਜਦੋਂ ਉਹਨਾਂ ਦੀ ਇੰਟਰਨਸ਼ਿਪ ਕੰਪਲੀਟ ਹੁੰਦੀ ਹੈ 3 ਮਹੀਨੇ ਬਾਅਦ, ਅਸੀਂ ਉਹਨਾਂ ਨੂੰ ਸਰਟੀਫਿਕੇਟਸ ਵੀ ਪ੍ਰੋਵਾਈਡ ਕਰ ਰਹੇ। ਤੇ ਇਹ ਤਰੀਕੇ ਨੇ ਜਿਹਦੇ ਨਾਲ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ। ਹਾਂਜੀ ਸਰ, ਆਪਣਾ ਨਾਮ ਤੇ ਬਦਲੇ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਜੋਤ ਸਿੰਘ ਰੰਧਾਵਾ, ਵੈਟਰਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਵੇਰਕਾ। ਜੀ ਸਰ, ਕਿੱਥੇ ਡਿਊਟੀ ਨਿਭਾ ਰਹੇ ਹੋ? ਮੈਂ ਜੀ ਵੇਰਕਾ ਸਿਵਲ ਪਸ਼ੂ ਹਸਪਤਾਲ 'ਚ ਡਿਊਟੀ ਨਿਭਾ ਰਿਹਾ ਬਤੌਰ ਵੈਟਰਨਰੀ ਅਫਸਰ। ਮੈਂ ਇਸ ਗਊਸ਼ਾਲਾ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਨ ਕਰਕੇ ਅੱਜ ਦੀ ਡੇਟ ਦੇ ਅੰਦਰ ਵੀ ਜਿਸ ਟਾਈਮ ਵੀ ਮੇਰੇ ਕੋਲ ਫ੍ਰੀ ਟਾਈਮ ਜਾਂ ਛੁੱਟੀ ਵਾਲਾ ਦਿਨ ਹੁੰਦਾ, ਮੇਰੀ ਕੋਸ਼ਿਸ਼ ਰਹਿੰਦੀ ਹੈ, ਮੇਰੀ ਖਿੱਚ ਇਸ ਗਊਸ਼ਾਲਾ ਵੱਲ ਰਹਿੰਦੀ ਹੈ, ਕਿਉਂਕਿ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਨੇ ਉਹਨਾਂ ਬੇਘਰ ਗਊਆਂ ਵਾਸਤੇ, ਉਸ ਗਊਵੰਸ਼ ਵਾਸਤੇ ਜੋ ਕਿ ਸੜਕਾਂ 'ਤੇ ਰੁਲ ਰਹੇ ਆ, ਅਤੇ ਉਹਨਾਂ ਨੂੰ ਇੱਕ ਵਧੀਆ ਘਰ ਮਿਲਦਾ, ਉਹਨਾਂ ਨੂੰ ਵਧੀਆ ਟਰੀਟਮੈਂਟ ਮੁਹੱਈਆ ਕਰਵਾਇਆ ਜਾਂਦਾ। ਮੈਂ ਅੱਜ ਵੀ ਜਿੱਦਾਂ ਇਹਨਾਂ ਦੀ ਜਿਹੜੀ ਡਾਕਟਰ ਪੈਰਾਵੈਟ ਦੀ ਟੀਮ ਦੇ ਨਾਲ ਜੋ ਵੀ ਇਹਨਾਂ ਨੂੰ ਚਾਹੇ ਡਿਜ਼ੀਜ਼ ਪ੍ਰੀਵੈਂਸ਼ਨ ਬਾਰੇ ਐਡਵਾਈਸ ਕਰਨਾ ਹੋਵੇ ਜਾਂ ਨਿਊਟ੍ਰੀਸ਼ਨ ਸੰਬੰਧ ਵਿੱਚ ਜਾਣਕਾਰੀ ਦੇਣੀ ਹੋਵੇ, ਅਤੇ ਜਿਸ ਟਾਈਮ ਵੀ ਮੇਰੇ ਕੋਲ ਫ੍ਰੀ ਟਾਈਮ ਰਹਿੰਦਾ, ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਮੈਂ ਗਊਸ਼ਾਲਾ ਪਹੁੰਚਾਂ। ਕਿੰਨੀਆਂ ਟੀਮਾਂ ਤੁਹਾਡੀਆਂ ਇੱਥੇ ਲੱਗੀਆਂ ਹੋਈਆਂ? ਇੱਥੇ ਇਹਨਾਂ ਕੋਲੇ ਡਾਕਟਰ ਅਤੇ ਪੈਰਾਵੈਟ ਦਾ ਪੂਰਾ ਇੰਤਜ਼ਾਮ ਹੈ। ਇਹਨਾਂ ਦਾ ਜਿਹੜਾ ਹੌਸਪੀਟਲ ਹੈ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇੱਥੇ ਇਸ ਗਊਸ਼ਾਲਾ ਦੇ ਅੰਦਰ ਟਰੀਟਮੈਂਟ ਪੱਖ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਬਿਮਾਰ ਗਊਆਂ ਦੀ ਕੇਅਰ ਕੀਤੀ ਜਾਂਦੀ ਹੈ ਐਂਡ ਉਹਨਾਂ ਨੂੰ ਬਹੁਤ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਤਾਂ ਗਰਮੀ ਆ ਗਈ, ਗਰਮੀ ਨੂੰ ਵੇਖ ਕੇ ਕਈ ਪੱਠੇ ਖਾਣ ਦੇ ਨਾਲ ਮੌਤ ਮਾਰਦੇ ਨੇ, ਉਹਦੇ ਵਾਸਤੇ ਇਲਾਜ ਵਗੈਰਾ ਵੱਖ-ਵੱਖ, ਕਿਉਂਕਿ 300 ਤੋਂ ਉੱਪਰ ਗਾਵਾਂ ਹੈਗੀਆਂ। ਹਾਂਜੀ, ਦੇਖੋ ਅੱਜ ਦੀ ਟਾਈਮ ਦੇ ਅੰਦਰ ਜਿਵੇਂ ਆਪਾਂ ਦੇਖਦੇ ਹਾਂ ਜਵੀ ਛਟਾਲਾ ਬਹੁਤ ਜ਼ਿਆਦਾ ਹੈ, ਅਤੇ ਲੋਕ ਨਿਰਾ ਹਰਾ, ਕਿਉਂਕਿ ਜ਼ਿਆਦਾ ਅਵੇਲੇਬਿਲਿਟੀ ਕਰਕੇ ਉਹਦਾ ਰੇਟ ਵੀ ਘੱਟ ਹੈ, ਅਤੇ ਬਹੁਤ ਜ਼ਿਆਦਾ ਹਰਾ ਹੀ ਪਾਈ ਜਾਂਦੇ ਹੈ। ਜ਼ਿਆਦਾ ਹਰਾ ਸਾਨੂੰ ਅਵੋਇਡ ਕਰਨਾ ਚਾਹੀਦਾ, ਹਰਾ ਵੀ ਪਾਓ ਬਟ ਉਹਦੇ ਨਾਲ ਜਿਹੜਾ ਡਰਾਈ ਪਾਊਡਰ ਹੈ ਉਹ ਵੀ ਐਡ ਕਰੋ, ਜਿਵੇਂ ਤੂੜੀ ਐਡ ਕਰੋ, ਪਰਾਲੀ ਐਡ ਕਰੋ, ਤਾਂ ਕਿ ਬਿਲਕੁਲ ਹਰਾ ਪਾਉਣ ਦੇ ਨਾਲ ਇਹਨਾਂ ਨੂੰ ਡਾਇਰੀਆ ਦੀ ਪ੍ਰੋਬਲਮ ਹੋਏਗੀ, ਇਹਨਾਂ ਨੂੰ ਜਿਹਨੂੰ ਆਪਾਂ ਕਹਿੰਦੇ ਨੇ ਮੋਕ, ਉਹਦੀ ਮੁਸ਼ਕਲ ਆਏਗੀ। ਪਲੱਸ ਜਿਹੜੀ ਹੈ ਇੱਥੋਂ ਮੈਨੂੰ ਹੁਣੇ ਪਤਾ ਲੱਗਾ ਵੀ ਰੀਸੈਂਟਲੀ ਇਹਨਾਂ ਦੀ ਸਾਰਿਆਂ ਦੀ ਗਊਆਂ ਦੀ ਜਿਹੜੀ ਲੰਪੀ ਸਕਿਨ ਦੀ ਜਿਹੜੀ ਵੈਕਸੀਨ ਹੈ, ਜੋ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਕਰਵਾਈ ਗਈ, ਉਹ ਸਾਰਿਆਂ ਦੀ ਲੰਪੀ ਸਕਿਨ ਦੀ ਵੈਕਸੀਨ ਵੀ ਹੋ ਗਈ ਹੈ, ਜਿਸ ਬਿਮਾਰੀ ਨੇ ਪਿਛਲੇ ਸਾਲ ਬਹੁਤ ਗਊਆਂ ਬਿਮਾਰ ਹੋਈਆਂ, ਜਿਨ੍ਹਾਂ ਦੀ ਜਾਨ ਵੀ ਗਈ। ਅਤੇ ਇੱਥੇ ਇਸ ਗਊਸ਼ਾਲਾ 'ਚ ਪੂਰੀ ਹਰ ਗਊ ਅਤੇ ਨੰਦੀਆਂ ਨੂੰ ਜਿਹੜੀ ਹੈ ਵੈਕਸੀਨ ਲੱਗ ਚੁੱਕੀ ਹੈ। ਤੁਸੀਂ ਡਾਕਟਰ ਹੋਣ ਦੇ ਨਾਤੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਗਊਸ਼ਾਲਾ ਦੀ? ਮੈਂ ਇਹੀ ਅਪੀਲ ਕਰਦਾ ਵੀ ਜਦੋਂ ਕੋਈ ਵੀ ਇਨਸਾਨ ਜਾਂ ਕੋਈ ਵੀ ਆਰਗੇਨਾਈਜੇਸ਼ਨ ਜਾਂ ਕੋਈ ਵੀ ਟੀਮ ਕਿਸੇ ਵਧੀਆ ਡਾਇਰੈਕਸ਼ਨ ਵੱਲ ਮੂਵ ਕਰਦੀ ਹੈ, ਵਧੀਆ ਮੋਟਿਵ ਲੈ ਕੇ ਵਧੀਆ ਕੰਮ ਕਰ ਰਹੀ ਹੈ, ਅਤੇ ਹਰ ਬੰਦੇ ਨੂੰ ਉਹਦਾ ਕਿਸੇ ਨਾ ਕਿਸੇ ਸਾਥ ਦੇਣਾ ਚਾਹੀਦਾ। ਉਹ ਚਾਹੇ ਉਹਨਾਂ ਨੂੰ ਐਜ਼ ਆ ਫਾਈਨੈਂਸ਼ੀਅਲ ਸਪੋਰਟ ਦੇਵੇ, ਚਾਹੇ ਉਹਨਾਂ ਨੂੰ ਐਜ਼ ਆ ਖੁਦ ਆ ਕੇ ਸੇਵਾ ਕਰੇ, ਚਾਹੇ ਉਹਨਾਂ ਨੂੰ ਕੋਈ ਸਮਾਨ ਭੇਜੇ, ਜਾਂ ਉਹਨਾਂ ਦੀ ਆਈਡੀਓਲੋਜੀ ਨੂੰ ਸਪੋਰਟ ਕਰੇ ਅਤੇ ਪ੍ਰਮੋਟ ਕਰੇ, ਐਂਡ ਲੋਕਾਂ ਨੂੰ ਉਹਨਾਂ ਬਾਰੇ ਦੱਸਿਆ ਜਾਵੇ। ਸਪੋਰਟ ਕਿਸੇ ਵੀ ਤਰੀਕੇ ਦਾ ਹੋ ਸਕਦਾ, ਤੁਸੀਂ ਕਿਸੇ ਦਾ ਮੈਸੇਜ, ਕਿਸੇ ਦੀ ਆਈਡੀਓਲੋਜੀ ਨੂੰ ਅੱਗੇ ਟਰਾਂਸਫਰ ਕਰਦੇ ਹੋ, ਲੋਕਾਂ ਨੂੰ ਤੱਕ ਪ੍ਰਚਲਿਤ ਕਰਦੇ ਹੋ, ਜਾਂ ਤੁਸੀਂ ਫਾਈਨੈਂਸ਼ੀਅਲੀ ਕਰਦੇ ਹੋ, ਜਾਂ ਤੁਸੀਂ ਖੁਦ ਆ ਕੇ ਸੇਵਾ ਕਰਦੇ ਹੋ, ਜਾਂ ਕੋਈ ਸਮਾਨ ਦਿੰਦੇ ਹੋ, ਕਿਸੇ ਵੀ ਪ੍ਰਕਾਰ ਦੀ ਜਿਹੜੀ ਸੇਵਾ ਤੁਸੀਂ ਕਰ ਸਕਦੇ ਹੋ, ਤਾਂ ਕਿ ਜਿਹੜਾ ਵਧੀਆ ਉਪਰਾਲਾ ਜਿਹੜਾ ਇੱਥੇ ਹੈਗਾ ਕੀਤਾ ਹੋਇਆ ਕਾਮਧੇਨੂ ਗਊਧਾਮ ਨੇ, ਉਹ ਹੋਰ ਮੋਟੀਵੇਟ ਹੋਣ ਐਂਡ ਇਸ ਕੰਮ ਨੂੰ ਹੋਰ ਵਧੀਆ ਤਰ੍ਹਾਂ ਜਾਰੀ ਰੱਖਣ। ਧੰਨਵਾਦ। ਹਾਂਜੀ, ਆਪਣਾ ਨਾਮ ਦੱਸ ਕੇ ਜੀ। ਜੀ ਨਮਸਕਾਰ ਜੀ, ਮੇਰਾ ਨਾਮ ਮੋਹਿਤ ਕੁਮਾਰ ਹੈ ਜੀ। ਮੋਹਿਤ ਜੀ, ਕੀ ਤੁਸੀਂ ਇੱਥੇ ਡਿਊਟੀ ਨਿਭਾ ਰਹੇ ਹੋ ਗਊਸ਼ਾਲਾ? ਸਰ ਮੈਂ ਐਜ਼ ਆ ਇੱਥੇ ਇੱਕ ਸੇਵਾਦਾਰ ਹਾਂ ਜੀ, ਅਤੇ ਦੇਖ ਰੇਖ ਸਾਰੀ ਮੇਰੇ ਅੰਡਰ ਹੀ ਹੈ ਜੀ, ਸਭ ਕੁਝ ਮੈਂ ਹੀ ਦੇਖਦਾ ਇੱਥੇ ਕਿੰਨੇ ਚਿਰ ਗਊਸ਼ਾਲਾ 'ਚ। ਤੁਸੀਂ ਸੇਵਾ ਨਿਭਾ ਰਹੇ ਹੋ ਜੀ? ਸਰ ਮੈਨੂੰ ਤਕਰੀਬਨ 1 ਸਾਲ ਹੋ ਗਿਆ ਸਰ ਇੱਥੇ। ਇਹ ਕਿੰਨੀਆਂ ਗਾਵਾਂ ਪਹਿਲਾਂ ਸੀ ਜਦੋਂ ਸ਼ੁਰੂਆਤ ਕੀਤੀ ਗਈ ਸੀ, ਤੇ ਹੁਣ ਕਿੰਨੀਆਂ? ਸਰ ਜਦੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਇੱਥੇ 160 ਦੇ ਕਰੀਬ ਗਾਵਾਂ ਸੀਗੀਆਂ, ਅਤੇ ਹੌਲੀ ਹੌਲੀ ਤਕਰੀਬਨ ਜਿੰਨੀਆਂ ਵੀ ਸ਼ਹਿਰ 'ਚੋਂ ਐਕਸੀਡੈਂਟਲ ਗਾਵਾਂ ਜਾਂ ਬੇਸਹਾਰਾ ਗਾਵਾਂ ਸਾਰੀਆਂ ਇੱਥੇ ਹੀ ਲਿਆਂਦੀਆਂ ਗਈਆਂ, ਅਤੇ ਅੱਜ ਦੀ ਡੇਟ 'ਚ ਤਕਰੀਬਨ ਸਾਡੇ ਕੋਲ 300 ਦੇ ਕਰੀਬ ਗਾਵਾਂ ਹੈਗੀਆਂ ਜੀ ਇੱਥੇ ਸਰ। ਕਿੰਨੇ ਇੱਕ ਸ਼ੈੱਡ ਦੇ ਥੱਲੇ ਕਿੰਨੀਆਂ ਗਾਵਾਂ ਰੱਖੀਆਂ ਗਈਆਂ? ਸਰ ਤੁਸੀਂ ਦੇਖੋਗੇ ਨਾ, ਹਰ ਸ਼ੈੱਡ ਦੀ ਅਲੱਗ-ਅਲੱਗ ਬਣਾਵਟ ਹੈਗੀ ਹੈ, ਅਤੇ ਉਹਦੇ ਅਕੋਰਡਿੰਗਲੀ ਕਿਸੇ ਵਿੱਚ 25 ਹੈ, ਕਿਸੇ 'ਚ 30 ਹੈ, ਕਿਸੇ 'ਚ 40 ਵੀ ਹੈ, ਅਲੱਗ-ਅਲੱਗ ਗਾਵਾਂ ਰੱਖੀਆਂ। ਇਹਨਾਂ ਦੇ ਬੱਚੇ ਵੀ ਅਲੱਗ ਹੈ ਔਰ ਨੰਦੀ ਵੀ ਅਲੱਗ ਹੈ, ਗਾਵਾਂ ਵੀ ਅਲੱਗ-ਅਲੱਗ ਰੱਖੀਆਂ ਆਪਾਂ। ਜਿੱਦਾਂ ਗਰਮੀ ਹੁਣ ਸਟਾਰਟ ਹੋ ਗਈ ਆ, ਉਹਨੂੰ ਲੈ ਕੇ ਸਫਾਈ ਕਿੰਨੀ ਵਾਰੀ ਹੋਈ? ਸਰ ਦੇਖੋ ਜੀ, ਮੌਸਮ ਦੇ ਹਿਸਾਬ ਨਾਲ ਜਦੋਂ ਸਿਆਲ ਹੁੰਦਾ ਹੈ ਉਦੋਂ ਅਸੀਂ ਦਿਨ 'ਚ 2 ਵਾਰ ਸਫਾਈ ਕਰਦੇ ਹਾਂ, ਅਤੇ ਹੁਣ ਗਰਮੀ ਆ ਗਈ ਹੈ, ਤਕਰੀਬਨ ਸਾਨੂੰ 3 ਤੋਂ 4 ਵਾਰ ਸਫਾਈ ਕਰਨੀ ਪੈਂਦੀ ਹੈ ਸਰ, ਬਾਰ-ਬਾਰ। ਕਿੰਨੀਆਂ ਟੀਮਾਂ ਰੱਖੀਆਂ ਹੋਈਆਂ? ਸਰ ਸਭ ਦੀ ਤਕਰੀਬਨ ਸਾਡੇ ਕੋਲ 15 ਲੇਬਰ ਦੇ ਬੰਦੇ ਕੰਮ ਕਰਦੇ ਆ ਸਰ। ਸਭ ਦੀ ਨਾ ਅਲੱਗ-ਅਲੱਗ ਡਿਊਟੀ ਲਗਾ ਰੱਖੀ ਹੈ। ਮਤਲਬ ਕਿ ਗਾਵਾਂ ਨੂੰ ਨਵਾਉਣ ਵਾਲੇ ਬੰਦੇ ਵੱਖਰੇ ਆ, ਉਹਦੀ ਸਫਾਈ ਕਰਨ ਵਾਲੇ, ਬਾੜੇ ਦੀ ਸਫਾਈ ਕਰਨ ਵਾਲੇ ਬੰਦੇ ਵੱਖਰੇ ਆ, ਹਰਾ ਚਾਰਾ ਕੁਤਰਨ ਵਾਲੇ ਜਿਹੜੇ ਬੰਦੇ ਆ ਉਹ ਵੱਖਰੇ ਆ, ਅਤੇ ਉਹਦੇ ਵਿੱਚੋਂ ਜਿਹੜੇ ਪਾਉਣ ਵਾਲੇ ਬੰਦੇ, ਉਹਨਾਂ ਨੂੰ ਖਾਣਾ ਖਿਲਾਉਣ ਵਾਲੇ, ਉਹ ਬੰਦੇ ਅਲੱਗ ਆ ਜੀ। ਤਕਰੀਬਨ ਟੋਟਲ 15 ਬੰਦੇ ਆ ਸਾਡੇ ਕੋਲ ਜਿਹੜੇ ਕੰਮ ਕਰਦੇ ਲੇਬਰ ਦੇ। ਜਦੋਂ ਗਰਮੀ ਸਟਾਰਟ ਹੋ ਗਈ, ਸ਼ੈੱਡ ਕਾਫੀ ਤਪਦਾ ਹੋਵੇਗਾ, ਉਹਦੇ ਬਾਅਦ ਕੋਈ ਸੁਵਿਧਾ ਕੀਤੀ ਗਈ ਹੈ? ਸਰ ਦੇਖੋਗੇ ਨਾ ਤੁਸੀਂ, ਹੋਰ ਗਊਸ਼ਾਲਾ ਜਦੋਂ ਘੁੰਮੋਗੇ ਨਾ, ਦੇਖੋਗੇ ਨਾ ਸਾਰੀਆਂ ਬੰਦ ਹੈਗੀਆਂ ਸਾਰੇ ਪਾਸਿਓਂ। ਸਾਡੀ ਗਊਸ਼ਾਲਾ ਤੁਸੀਂ ਦੇਖੋਗੇ ਨਾ, ਸਾਰਾ ਸ਼ੈੱਡ ਕਾਫੀ ਉੱਚਾ ਹੈਗਾ, ਮਤਲਬ ਕਿ ਹਵਾਦਾਰ ਹੈਗਾ, ਅਤੇ ਮੌਸਮ ਦੇ ਹਿਸਾਬ ਨਾਲ ਅਗਰ ਦੇਖਿਆ ਜਾਵੇ ਤਾਂ ਹਵਾ ਇੱਥੋਂ ਕ੍ਰੋਸ ਹੁੰਦੀ ਰਹਿੰਦੀ ਹੈ,
ਤੇ ਫਿਰ ਵੀ ਸਾਨੂੰ ਪੱਖਿਆਂ ਦੀ ਕਾਫੀ ਲੋੜ ਪੈਂਦੀ ਹੈ ਹੱਲੇ ਵੀ। ਤੇ ਹੁਣ ਲੋਕਾਂ ਨੂੰ ਕੀ ਅਪੀਲ ਕਰਦੇ, ਲੋਕ ਜਦੋਂ ਇੱਥੇ ਪਹੁੰਚਦੇ ਨੇ ਤੁਹਾਡੇ ਨੂੰ ਸਭ ਤੋਂ ਪਹਿਲਾਂ ਮਿਲਦੇ ਹੋਣਗੇ? ਜੀ ਜੀ ਸਰ, ਬਿਲਕੁਲ ਜੀ ਸਰ, ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਦੇਖੋ ਅਸੀਂ ਸਾਡੀ ਹੈਲਪ ਕੀਤੀ ਜਾਵੇ ਕਿ ਸਾਨੂੰ ਦੇਖੋ ਸਾਨੂੰ ਪੈਸੇ ਦਾ ਕੋਈ ਮਤਲਬ ਨਹੀਂ, ਸਾਨੂੰ ਪੈਸੇ ਨਹੀਂ ਚਾਹੀਦੇ। ਤੁਹਾਨੂੰ ਤੁਸੀਂ ਆ ਕੇ ਦੇਖੋ, ਸਭ ਤੋਂ ਪਹਿਲੀ ਤੇ ਮੇਰੀ ਇਹੀ ਗੱਲ ਹੈ ਕਿ ਤੁਸੀਂ ਪਹਿਲਾਂ ਆ ਕੇ ਦੇਖੋ। ਅਗਰ ਤੁਹਾਨੂੰ ਕੁਝ ਵੀ ਲੱਗਦਾ ਇੱਥੇ ਕਿ ਇਹ ਚੀਜ਼ ਦੀ ਲੋੜ ਹੈ ਤੇ ਤੁਸੀਂ ਆਪਣੇ ਆਪ ਹੀ ਉਹ ਚੀਜ਼ ਲੈ ਕੇ ਦੇ ਸਕਦੇ ਹੋ। ਜਿੱਦਾਂ ਸਾਨੂੰ ਹੁਣ ਪੱਖੇ, ਹੁਣ ਗਰਮੀਆਂ ਆ ਰਹੀਆਂ, ਸਾਨੂੰ ਪੱਖਿਆਂ ਦੀ ਬਹੁਤ ਲੋੜ ਹੈਗੀ ਆ, ਤੇ ਅਗਰ ਤੁਸੀਂ ਹੈਲਪ ਕਰ ਸਕਦੇ ਹੋ ਸਾਡੀ ਪੱਖਿਆਂ ਵਿੱਚ ਥੋੜੀ ਬਹੁਤੀ ਹੈਲਪ ਕਰ ਦਿਓ। ਸਾਨੂੰ ਤਕਰੀਬਨ 30 ਤੋਂ 35 ਪੱਖਿਆਂ ਦੀ ਲੋੜ ਹੈ ਇਸ ਟਾਈਮ, ਤੇ ਅਗਰ ਤੁਸੀਂ ਕਰ ਸਕੋ ਤੇ ਬਹੁਤ ਥੈਂਕ ਯੂ। ਕਿਸ ਜਗ੍ਹਾ ਦੇ ਉੱਪਰ ਲੋਕੇਸ਼ਨ ਪੈਂਦੀ ਹੈ ਜੀ? ਸਰ ਤੁਸੀਂ ਛਾਟਾ ਰੋਡ ਤੋਂ ਆਓਗੇ ਸਿੱਧਾ ਹੀ ਤੇ ਆ ਕੇ ਨਾ ਇੰਡੀਆ ਗੇਟ ਆਉਂਦਾ ਜੇ, ਇੰਡੀਆ ਗੇਟ ਤੋਂ ਨਾਲ ਹੀ ਸੜਕ ਮੁੜਦੀ ਆ, ਟਰਨ ਹੁੰਦੀ ਆ ਵਾਰ ਮੈਮੋਰੀਅਲ ਦੇ ਨਾਲ ਹੀ, ਵਾਰ ਮੈਮੋਰੀਅਲ ਦੇ ਨਾਲ ਹੀ ਸੜਕ ਅੰਦਰ ਜਾਂਦੀ ਹੈ, ਤੇ ਉਹ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਗਊਸ਼ਾਲਾ ਹੈਗੀ ਜੇ। ਜਿਹੜੀਆਂ ਇੱਥੇ ਗਾਵਾਂ ਆਉਂਦੀਆਂ ਨੇ, ਕਈ ਬੇਜ਼ਬਾਨ ਗਾਵਾਂ ਹੈਗੀਆਂ ਜੀ ਜੀ ਜੀ, ਬਿਲਕੁਲ ਕਈਆਂ ਬਿਲਕੁਲ। ਦੀਆਂ ਲੱਤਾਂ ਟੁੱਟੀਆਂ ਹੁੰਦੀਆਂ, ਕਈ ਜ਼ਖਮੀ ਹੁੰਦੇ, ਕਿਉਂਕਿ ਲੋਕ ਇਹਦਾ ਜਿਹੜਾ ਕਿ ਦੁੱਧ ਕੱਢ ਕੇ ਜਦ ਉਹ ਬੇਸਹਾਰਾ ਹੋ ਜਾਂਦੇ ਉਹਨੂੰ ਬਾਹਰ ਛੱਡ ਦਿੰਦੇ, ਉਹ ਇੱਦਾਂ ਦੀਆਂ ਗਾਵਾਂ ਤੁਹਾਡੇ ਕੋਲ ਪਹੁੰਚਦੀਆਂ? ਸਰ ਤਕਰੀਬਨ ਦੇਖ ਲਓ ਜਿੰਨੀ ਵੀ ਰੋਡ ਦੇ ਉੱਤੇ ਐਕਸੀਡੈਂਟਲ ਗਾਂ ਹੁੰਦੀ ਹੈ, ਜਿੱਦਾਂ ਉਹ ਕਿਸੇ ਨਾ ਕਿਸੇ ਥਰੂ, ਚਾਹੇ ਉਹ ਕਾਰਪੋਰੇਸ਼ਨ ਦੇ ਥਰੂ ਆਵੇ, ਚਾਹੇ ਉਹ ਕਿਸੇ ਐਨੀਮਲ ਲਵਰ ਦੇ ਥਰੂ ਆਵੇ, ਉਹ ਆਂਦੀ ਸਾਡੇ ਕੋਲ ਹੀ ਹੈ, ਕਿਉਂਕਿ ਇਲਾਜ ਸਾਡੇ ਤੋਂ ਇਲਾਵਾ ਕੋਈ ਨਹੀਂ ਕਰਦਾ। ਡਾਕਟਰ ਦੀ ਟੀਮਾਂ ਬਣਾਈਆਂ ਗਈਆਂ? ਬਿਲਕੁਲ ਬਿਲਕੁਲ ਸਰ, ਸਾਡੇ ਕੋਲ ਮਤਲਬ ਡਾਕਟਰ ਸਾਹਿਬ ਵੀ ਹੈ, ਪੈਰਾਵੈਟ ਵੀ ਹੈ, ਸਾਰੇ ਇੱਥੇ ਜਿਹੜੇ ਪੈਰਾਵੈਟ ਆ ਉਹ 24/7 ਹੀ ਆ, ਮਤਲਬ ਕਿ ਇੱਥੇ ਹੀ ਆ। ਤੇ ਅਗਰ ਉਹਨਾਂ ਦੇ ਅਕੋਰਡਿੰਗਲੀ ਅਗਰ ਕੰਮ ਉਹਨਾਂ ਤੋਂ ਉੱਪਰ ਹੈਗਾ ਤਾਂ ਜਦੋਂ ਡਾਕਟਰ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਟਾਈਮ ਤੇ ਡਾਕਟਰ ਵੀ ਇੱਥੇ ਆ ਜਾਂਦੇ ਆ ਸਾਡੇ ਕੋਲ। 24 ਘੰਟੇ ਗਊਸ਼ਾਲਾ ਖੁੱਲੀ ਹੁੰਦੀ? ਜੀ ਜੀ ਬਿਲਕੁਲ ਸਰ, 24 ਘੰਟੇ ਖੁੱਲੀ ਹੈ ਜੀ। ਉਹਨਾਂ ਨੂੰ ਰੱਖਿਆ ਗਿਆ ਵਾ, ਪਰ ਇੱਕ ਗਊਸ਼ਾਲਾ ਹੈਗੀ ਆ ਜਿੱਥੇ ਦੁੱਧ ਨਹੀਂ ਕੱਢਿਆ ਜਾਂਦਾ ਇਹਨਾਂ ਦਾ, ਬਸ ਇਹਨਾਂ ਨੂੰ ਸਾਂਭੇ ਸੰਭਾਲ ਕੀਤੀ ਜਾਂਦੀ ਆ। ਬੇਸਹਾਰਾ ਗਊਆਂ ਵਾਸਤੇ ਅੰਮ੍ਰਿਤਸਰ ਗੁਰੂ ਨਗਰੀ 'ਚ ਨਵੀਂ ਇੱਕ ਗਊਸ਼ਾਲਾ ਖੋਲੀ ਗਈ। ਇੱਥੋਂ ਦੇ ਜਿਹੜੇ ਮੁਖੀ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ, ਪਰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਲੰਬੇ ਸਮੇਂ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਜੀ। मैं शर्मा बोल रहा हूँ, एसपी शर्मा। ਅਸਵੀ ਸ਼ਰਮਾ ਜੀ, ਕਿੰਨੀ ਉਮਰ ਹੋ ਗਈ ਜੀ? मेरी 77। ਕੀ ਕਹਿਣਾ ਚਾਹੋਗੇ, ਕਿੰਨੇ ਚਿਰ ਤੋਂ ਗਊਸ਼ਾਲਾ ਦੇ ਨਾਲ ਜੁੜੇ? और प्रभु कर रहे जी, अही कुछ नहीं कर रहे, वो मालिक साढ़े को करवा रहा, अही कर रहे हैं। साड़ी कोई ताकत ही नहीं, साड़ी की ताकत है, वो प्रभु सानू बख्शिश कर रहे थे, अही दौड़े भेजे फिरते। ये पट्ठे पा रहे हैं, असूँ एनर्जी मिलती है, मैंने तो बड़ी एनर्जी मिलती है, ਜੋਸ਼ ਆ ਜਾਂਦਾ? ਉਹ मैं कहना पूरी ताकत मिलती है कि मैं फटाफट, मैं रोटी में बाद च खावा, पहले मैं पट्ठे पा ਇਹ के ਵੀ ਇੱਕ आवां। ਡਿਊਟੀ ਆ। प्रभु ने ड्यूटी लाई दी है, मैं कहना प्रभु मरदे दम तक ये ड्यूटी निभाता रही मेरे को, मरदे दम तक ये ड्यूटी ना छड्डे प्रभु। ਤੇ ਲੱਗਾ ਰਿਹਾ। ਮਨ ਦੇ ਵਿੱਚ ਇਹ ਆਉਂਦਾ ਕਿ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਗਊਸ਼ਾਲਾ ਹੈਗੀਆਂ ਨੇ, ਉਹਨਾਂ ਦਾ ਦੁੱਧ ਚੋ ਕੇ ਉਹਨਾਂ ਨੂੰ ਸੜਕਾਂ ਤੇ ਛੱਡਿਆ ਜਾਂਦਾ, ਇਨਸੀਡੈਂਟ ਦਾ ਕਾਰਨ ਬਣਦਾ। ਮੈਂ ਇੱਕ ਬਜ਼ੁਰਗ ਨੂੰ ਇੱਥੇ ਕਿਹਾ ਸੀ, ਬਜ਼ੁਰਗ ਇੱਕ ਦੋ ਜਣੇ ਨਾ ਗਾਈ ਨੂੰ ਧੱਕ ਕੇ ਸੋਟੀ ਲੈ ਕੇ ਇੱਥੇ ਅੰਦਰ ਆ ਰਹੇ। ਮੈਂ ਬਜ਼ੁਰਗੋ ਇਹ ਕੀ ਕਰ ਰਹੇ ਹੋ? ਕਹਿੰਦੇ 12 ਸਾਲ ਦਾ ਦੁੱਧ ਪੀਤਾ ਵਾ, ਹੁਣ ਇਹ ਦੁੱਧ ਨਹੀਂ ਦਿੰਦੀ। ਮੈਂ ਕਿਹਾ ਫਿਰ ਤੁਹਾਡੇ ਬੱਚੇ ਤੁਹਾਨੂੰ ਘਰੋਂ ਬਾਹਰ ਕੱਢ ਦੇਣ, ਇਹ ਲੋਕ ਠੀਕ ਕਰ ਰਹੇ ਆ, ਕਿਉਂਕਿ ਤੁਸੀਂ ਵੀ ਕੰਮ ਨਹੀਂ ਕਰਦੇ, ਤੁਹਾਨੂੰ ਬਾਹਰੋਂ ਕੱਢ ਦਿੰਦੇ ਆ, ਤੇ ਤੁਸੀਂ ਗਾਂ ਦੁੱਧ ਨਹੀਂ ਦਿੰਦੀ, ਤੇ ਹੁਣ ਤੁਸੀਂ ਗਊਸ਼ਾਲਾ ਉੱਥੇ ਛੱਡ ਆਓ। ਮੈਂ ਕਿਹਾ ਸੇਵਾ ਕਰੋ, ਸੇਵਾ ਨਾਲ ਮੇਵਾ ਮਿਲਦਾ ਵਾ। ਤੇ ਬੜੇ ਸ਼ਰਮਿੰਦੇ ਜਿਹੇ ਹੋਏ ਬਜ਼ੁਰਗ ਦੋ ਜਣੇ ਜੀ, ਇੱਧਰੋਂ ਕੋਈ ਪਿੰਡ 'ਚੋਂ ਗਾਂ ਲੈ ਕੇ ਆਏ ਸੀ, ਪਿਛਲੇ ਸਾਲ ਦੀ ਗੱਲ ਆ। ਮੈਂ ਕਿਹਾ ਦੇਖੋ, ਮੈਂ ਕਿਹਾ ਤੁਸੀਂ ਕਹਿੰਦੇ ਹੋ ਵੀ ਅਸੀਂ ਕਹਿੰਦੇ 12 ਸਾਲ ਗਾਂ ਨੇ ਬੜਾ ਦੁੱਧ ਦਿੱਤਾ, ਰਾਜਰ 'ਚ ਪੀਤਾ, ਹੁਣ ਇਹ ਦੁੱਧ ਨਹੀਂ ਦਿੰਦੀ, ਇਹਨੂੰ ਗਊਸ਼ਾਲਾ ਛੱਡੋ। ਮੈਂ ਕਿਹਾ ਬਜ਼ੁਰਗੋ ਤੁਹਾਡੇ ਬੱਚੇ ਤੁਹਾਨੂੰ ਘਰੋਂ ਕੱਢ ਦੇਣ ਤੇ ਠੀਕ ਕਰਦੇ ਹੋ, ਕਿਉਂਕਿ ਤੁਸੀਂ ਅਗਰ ਇਹ ਕਮਾਉਂਦੇ ਸੀ ਤੇ ਬੱਚੇ ਤੁਹਾਨੂੰ ਰੱਖਿਆ ਸੀ ਘਰ, ਹੁਣ ਤੁਸੀਂ ਨਹੀਂ ਕਮਾਉਂਦੇ, ਤੁਹਾਨੂੰ ਵੀ ਘਰੋਂ ਕੱਢ ਦੇਣਗੇ। ਤੁਸੀਂ ਗਾਂ ਨੂੰ ਕੱਢ ਸਕਦੇ ਹੋ, ਤੁਹਾਨੂੰ ਇਹ ਕਹਿ ਸਕਦੇ ਕਿ ਲੇਖਾ ਜੋਗਾ ਇੱਥੇ ਹੀ ਸਭ ਕੁਝ, ਇੱਥੇ ਅੱਗੇ ਨਹੀਂ, ਇੱਥੇ ਸਭ ਲਿਖਾ ਲੋਕ ਕਹਿੰਦੇ ਉੱਪਰ ਜਾ ਕੇ ਹੁੰਦਾ। ਉਹਨਾਂ ਨਾਲ ਸਭ ਇੱਥੇ, ਜੈਸੇ ਕਰਮ ਕਰੋਗੇ ਵੈਸੇ ਫਲ ਦੇਗਾ ਭਗਵਾਨ। ਐਵੇਂ ਥੋੜਾ ਕਿਹਾ ਹੈ, ਗ੍ਰੰਥ 'ਚ ਕਿਹਾ ਵਾ ਜੈਸੇ ਕਰਮ ਕਰੋਗੇ ਉਹ ਵੈਸਾ ਫਲ ਪ੍ਰਭੂ ਦਿੰਦੇ ਆ। ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ? ਨਹੀਂ, ਸੇਵਾ ਜਿੰਨਾ ਸੇਵਾ 'ਚ, ਸੇਵਾ ਮੇਂ ਸਭ ਸੁਖ ਬਸੇ, ਸੇਵਾ ਮੇਂ ਹਰੀ ਆਪ। ਨੀਚੇ ਝੁਕ ਸੇਵਾ ਕਰੋ, ਆਕੜ ਕੇ ਨਾ ਮੈਂ ਸੇਵਾ, ਨੀਚੇ ਝੁਕ ਸੇਵਾ ਕਰੋ, ਪ੍ਰਭੂ ਸਾਨੂੰ ਸੇਵਾ ਬਖਸ਼ਦਾ ਰਹੀ, ਤੇ ਮੈਂ ਸੇਵਾ ਕਰਦਾ ਰਹਾਂ ਮਰਦੇ ਦਮ ਤੱਕ ਕਰਦਾ। ਬਿਲਕੁਲ ਜੀ, ਕਿੰਨੀ ਸੋਹਣੀ ਗੱਲ ਕੀਤੀ ਇਹਨਾਂ ਬਜ਼ੁਰਗਾਂ ਨੇ, 4 ਸਾਲ ਤੋਂ ਜਿਨ੍ਹਾਂ ਦੇ ਨਾਲ ਜੁੜੇ ਹੋਏ ਨੇ। ਤੇ ਸਭ ਤੋਂ ਵੱਡੀ ਗੱਲ ਇਹ ਆ ਰਹੀ ਆ ਕਿ 70 ਸਾਲ ਦੀ ਉਮਰ ਦੇ ਵਿੱਚ ਵੀ ਇਹ ਐਕਟਿਵਾ ਤੇ ਆਉਂਦੇ ਨੇ, ਪੱਠੇ ਪਾਉਂਦੇ ਨੇ, ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਸੇਵਾ ਜੋ ਇੱਥੋਂ ਦੇ ਮੁਖੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਜੋ ਡਾਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਇੱਕੋ ਹੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਆ ਕਿ ਜਿਹੜੀ ਇਹ ਗਊਸ਼ਾਲਾ ਬਣਾਈ ਗਈ ਹੈ, ਇਹ ਉਹਨਾਂ ਗਾਵਾਂ ਵਾਸਤੇ ਜਿਹੜੇ ਬੇਸਹਾਰਾ ਗਾਵਾਂ ਹੈਗੀਆਂ। ਇਸ ਕਰਕੇ ਤੁਸੀਂ ਜਦੋਂ ਸੇਵਾ ਕਰਦੇ ਹੋ, ਬੜੀ ਤਰੀਕੇ ਦੀ ਸੇਵਾ ਹੁੰਦੀ ਆ, ਪਰ ਜਿਹੜੀ ਹੈ ਤੁਸੀਂ ਗਊਸ਼ਾਲਾ ਜਿਹੜੀ ਸੇਵਾ ਮੰਨੀ ਗਈ ਆ, ਉਹ ਸਭ ਤੋਂ ਉੱਪਰ ਜਿਹੜੀ ਸੇਵਾ ਮੰਨੀ ਗਈ ਆ। ਇੱਕ ਵਾਰੀ ਤੁਸੀਂ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।